ਧੰਨ ਵਾਹਿਗੁਰੂ ਸਾਹਿਬ ਜੀ। ਗੁਰਦਾਤਾ ਗੁਰ ਹਿਵੇਂ ਘਰ, ਗੁਰ ਦੀਪਕ ਤਹਿ ਲੋਏ। ਅੰਮ੍ਰਿਤ ਪਦਾਰਥ ਨਾਨਕਾ, ਮਨ ਮਨ ਐ ਸੁਖ ਹੋਏ। ਧਰ ਜਿਅਰੇ ਇੱਕ ਟੇਕ ਤੂੰ, ਲਾਹਾ ਬਿਡਾਨੀ ਆਸ। ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤਿ। ਅਜੂਨੀ ਸੈਭੰ ਗੁਰ ਪ੍ਰਸਾਦਿ। ਤੁਮ ਚੰਦਨ ਹਮ ਅਰਿੰਡ ਬਾਪੁਰੇ, ਸੰਗ ਤੁਮਾਰੇ ਬਾਸਾ। ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਅਵਗੁਣ ਤੁਮ ਉਪਕਾਰੀ। ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਅਵਗੁਣ ਤੁਮ ਉਪਕਾਰੀ। ਰਹਾਉ। ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਅਵਗੁਣ ਤੁਮ ਉਪਕਾਰੀ। ਰਹਾਉ। ਤੁਮ ਮਖਤੂਲ ਸਪੇਦ ਸਪਿਅਲ, ਹਮ ਬਪੁਰੇ ਜਸ ਕੀਰਾ। ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੁਪੋ ਮਖੀਰਾ। ਜਾਤੀ ਹੋਛਾ ਪਾਤੀ ਹੋਛਾ, ओछा जन्म हमारा। राजा राम की सेव न कीनी, कह रविदास चमारा। परम सन्मान योग गुरु प्यारी साध संगत जीओ, खालसे दे साजना दिवस नूं समर्पित 4 रोज़ा गुरमत समागम, जिस दे दूसरे दीवान की आपां सारे बहुत प्यार नाल हाज़री भर रहे हैं। अपनी रजेवियां भरी जिंदगी विचों समा कढ़ के गुरमत दे स्कूल दे विच असीं सारे विद्यार्थी बन के अपने प्रिंसीपल, अपने उस्ताद, अपने टीचर धन गुरु ग्रंथ साहिब जी का उपदेश समझण लई बड़े टिका दे विच हाज़री लवा रहे हैं। सोदा रहरास पावन बाणी का पाठ भाई साहब होना तो सरवण करके उस तो उपरंत बहुत प्यार नाल सानू सत्कारयोग भाई साहब होना के जत्थे ने गुरबाणी का कीर्तन सरवण कराया है। भगत रविदास जी की रचना तो उच्चारण किया होया पावन शब्द, जिसका आपां सारिਆਂ ने पाठ सरवण किया, जिसकी अज आपां विचार सांझी करनी है। ये पावन शब्द राग आसा दे विच गुरु ग्रंथ साहिब जी के पावन अंक 486 के उपर सुभाईमान है। ये अंक दसन का अर्थ इस करके है भी जिहड़े स्रोते खोजी बिरती वाले ने, जिहड़े खोज रख के सोच ये लैके गुरुद्वारे आउंदे ने, मैं कुछ पढ़ना, मैं कुछ सिखना, तो बाणी का वाक है खोजी उपजै बादी बिनसै।
ਜਿਹੜੇ ਸਟੂਡੈਂਟ ਟੀਚਰ ਦੀ ਕਈ ਗੱਲ ਤੋਂ ਵੀ ਅੱਗੇ ਜਾ ਕੇ ਕਿਤਾਬਾਂ ਪੜ੍ਹਨ ਦੀ ਇੱਛਾ ਰੱਖਦੇ ਨੇ, ਜਿੱਦਣ ਐਗਜ਼ਾਮ ਹੁੰਦੇ ਨੇ ਉਹਨਾਂ ਨੂੰ ਕਿਸੇ ਕੋਲੋਂ ਪ੍ਰੇਅਰ ਕਰਾਉਣ ਦੀ ਲੋੜ ਨਹੀਂ ਪੈਂਦੀ। ਉਹਨਾਂ ਦੀਆਂ ਮਾਵਾਂ ਉਹਨਾਂ ਦੇ ਪਿੱਛੇ ਦਹੀਂ ਦੀਆਂ ਕਟੋਰੀਆਂ ਨਹੀਂ ਚੱਕੀ ਫਿਰਦੀਆਂ ਵੀ ਪੁੱਤ ਦਹੀਂ ਖਾ ਕੇ ਜਾ, ਤੇਰਾ ਪੇਪਰ ਵਧੀਆ ਹੋਊ। ਉਹਨੂੰ ਵਿਸ਼ਵਾਸ ਹੁੰਦਾ ਇਸ ਗੱਲ 'ਤੇ ਕਿ ਜਿਹੜੀ ਮੈਂ ਅੱਧੀ ਅੱਧੀ ਰਾਤ ਤੱਕ ਜਾ ਕੇ ਮਿਹਨਤ ਕੀਤੀ ਹੈ, ਮੇਰੀ ਇਹ ਮਿਹਨਤ ਕਿਤੇ ਨਾ ਕਿਤੇ ਰੰਗ ਲੈ ਕੇ ਆਏਗੀ। ਬਸੰਤ ਰਾਗ ਦਾ ਇੱਕ ਵਾਕ ਹੈ, ਗੁਰੂ ਸਾਹਿਬ ਜ਼ਮੀਨ ਨਾਲ ਕਿੰਨੇ ਜੁੜੇ ਹੋਏ ਨੇ ਸੋਚ ਕੇ ਵੇਖੋ। ਉਹਨਾਂ ਦੀਆਂ ਉਦਾਹਰਨਾਂ ਤੋਂ ਪਤਾ ਲੱਗਦਾ। ਕਾਮ ਕ੍ਰੋਧ ਦੋਏ ਕਰੋ ਬਸੋਲੇ, ਬਸੋਲਾ ਕਹਿੰਦੇ ਰੰਬੇ ਨੂੰ। ਅਤੇ ਰੰਬਾ ਮੇਰੇ ਖਿਆਲ ਜਿਹੜੇ ਆਪਾਂ ਸਾਰੇ ਖੇਤੀਬਾੜੀ ਨਾਲ ਸੰਬੰਧ ਰੱਖਣ ਵਾਲੇ ਹਾਂ, ਆਪਾਂ ਨੂੰ ਪਤਾ ਵੀ ਕਿਸਾਨ ਦੇ ਘਰ 'ਚ ਇਹ ਚੀਜ਼ਾਂ ਆਮ ਹੁੰਦੀਆਂ ਨੇ। ਅਤੇ ਰੰਬਾ ਕਰਦਾ ਕੀ ਭਲਾ? ਰੰਬੇ ਦੀ ਜੌਬ ਕੀ ਹੁੰਦੀ ਭਲਾ? ਉਹਦੇ ਨਾਲ ਨਦੀਨ ਪੁੱਟਿਆ ਜਾਂਦਾ, ਕਦੀ ਫਸਲ ਨੂੰ ਨਹੀਂ ਪੁੱਟਿਆ ਜਾਂਦਾ। ਉਹਨੂੰ ਫਸਲ ਦੀਆਂ ਜੜ੍ਹਾਂ ਪੱਕੀਆਂ ਕੀਤੀਆਂ ਜਾਂਦੀਆਂ ਅਤੇ ਨਦੀਨ ਨੂੰ ਪੁੱਟ ਕੇ ਬਾਹਰ ਸੁੱਟਿਆ ਜਾਂਦਾ। ਜੇ ਕਿਤੇ ਮੱਕੀ ਗੋਡਦਿਆਂ ਕਿਸੇ ਦੇ ਕੋਲੋਂ ਮਾੜਾ ਮੋਟ ਕਿਤੇ ਕੋਈ ਫਸਲ ਦਾ ਪੌਦਾ ਮੱਕੀ ਦੀ ਜੜ੍ਹਾਂ ਨੂੰ ਲੱਗ ਵੀ ਜਾਣਾ, ਅਤੇ ਬਜ਼ੁਰਗ ਨੇ ਕਹਿਣਾ ਪੁੱਤ ਇਹਦੇ ਨਾਲ ਮਿੱਟੀ ਹੋਰ ਲਾ ਦੇ, ਅਤੇ ਨਦੀਨ ਪੁੱਟ ਕੇ ਪੜ੍ਹਾਂ ਸੁੱਟ ਦੇ। ਸੋਚੋ ਇਹ ਗੱਲ ਗੁਰੂ ਨਾਨਕ ਸਾਹਿਬ ਨੇ ਕਿੰਨੀ ਬਰੀਕੀ ਨਾਲ ਵਾਚੀ ਹੋਏਗੀ। ਤਾਂ ਹੀ ਸੀ ਕਿ ਲੋਕਾਂ ਵਾਸਤੇ ਕਿਸਾਨੀ ਧੰਦਾ ਹੋ ਸਕਦਾ ਹੈ, ਸਾਡੇ ਵਾਸਤੇ ਤਾਂ ਕਿਸਾਨੀ ਸਾਡਾ ਕਲਚਰ ਵੀ ਹੈ, ਸਾਡਾ ਸੱਭਿਆਚਾਰ ਵੀ ਆ, ਅਤੇ ਸਾਡੀ ਨੀਂਹ ਇੱਦਾਂ ਵਾ ਕਿ ਗੁਰੂ ਸਾਹਿਬ ਨੇ ਸਾਨੂੰ ਉਸ ਅਕਾਲ ਪੁਰਖ ਨਾਲ ਜੁੜਨ ਵਾਸਤੇ ਕਿਸਾਨੀ ਦੀਆਂ ਐਗਜ਼ਾਮਪਲਾਂ ਦੇ ਦੇ ਕੇ ਸਮਝਾਇਆ ਸਾਨੂੰ। ਕਾਮ ਕ੍ਰੋਧ ਦੋਏ, ਇੱਥੇ ਰੁਕਣਾ। ਜਿਹੜੇ ਸਟੂਡੈਂਟ ਨੇ ਗੁਰਮਤਿ ਦੇ ਉਹਨਾਂ ਵਾਸਤੇ ਹੈ, ਜਿਹੜੇ ਖੋਜੀ ਬਿਰਤੀ ਨਾਲ ਪੜ੍ਹਦੇ ਨੇ। ਦੋਏ 'ਤੇ ਰੁਕੋਗੇ ਗੱਲ ਕਲੀਅਰ ਹੋ ਜਾਊਗੀ। ਕਾਮ ਕ੍ਰੋਧ ਦੋਏ ਕਰੋ ਬਸੋਲੇ। ਕਾਮ ਅਤੇ ਕ੍ਰੋਧ ਨੂੰ ਬਸੋਲੇ ਦੇ ਹਵਾਲੇ ਕਰ ਦਿਓ, ਰੰਬੇ ਦੇ ਹਵਾਲੇ ਕਰ ਦਿਓ, ਅਤੇ ਪੁੱਟ ਕੇ ਬਾਹਰ ਸੁੱਟ ਦਿਓ ਜੇ ਸੌਖੇ ਹੋਣਾ ਚਾਹੁੰਦੇ ਹੋ। ਤੇ ਨਦੀਨ ਪੁੱਟ ਦਿਓ ਅਤੇ ਫਸਲ ਦਾ ਬੂਟਾ ਵਧਣਾ ਸ਼ੁਰੂ ਹੋ ਜਾਏਗਾ। ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਭਾਈ। ਮਹਾਰਾਜ ਮੈਨੂੰ ਫਾਇਦਾ ਕੀ ਹੋਊਗਾ? ਕਹਿੰਦੇ ਜਿਉਂ ਗੋਡੋ ਤਿਉਂ ਤੁਮ ਸੁਖ ਪਾਵੋ, ਕਿਰਤ ਨਾ ਮੇਟਿਆ ਜਾਈ। ਅਤੇ ਜਿਹੜਾ ਕਿਸਾਨ ਰੰਬਾ ਲੈ ਕੇ ਫਸਲ ਗੋੜਦਾ, ਫਿਰ ਨਦੀਨ ਪੁੱਟਦਾ, ਉਹਦੇ ਘਰ 4 ਮਣ ਦਾਣਿਆਂ ਦਾ ਵੀ ਢੇਰ ਫਿਰ ਬੋਲੋ ਜੀ। ਅਤੇ ਜਿਹਨੇ ਗੋਡਿਆ ਹੀ ਨਾ ਹੋਵੇ ਉਹਦੇ ਫਿਰ ਨਦੀਨ ਜ਼ਿਆਦਾ ਚੜ੍ਹ ਜਾਂਦਾ ਅਤੇ ਫਸਲ ਵਿੱਚ ਲੱਭਦੀ ਨਹੀਂ। ਇੱਦਾਂ ਮਹਾਰਾਜ ਕਹਿੰਦੇ ਰੋਜ਼ ਆਪਣੀ ਇਸ ਹਿਰਦੇ ਦੀ ਧਰਤੀ 'ਚੋਂ ਨਦੀਨ ਪੁੱਟ ਬਾਹਰ ਸੁੱਟੀ ਜਾ। ਜਿਹੜੀ ਗੱਲ ਹੁਣੇ ਭਾਈ ਸਾਡੇ ਵੀਰ ਗੁਰਪ੍ਰੀਤ ਸਿੰਘ ਹੋਣਾ ਨੇ ਕਹੀ ਹੈ, ਬੜੀ ਮਹੱਤਵਪੂਰਨ ਗੱਲ ਹੈ ਕਿ ਦੁਨੀਆ, ਕਈ ਵਾਰੀ ਬੰਦੇ ਨੂੰ ਲੱਗਦਾ ਮੈਂ ਗੁਰਦੁਆਰੇ ਇਸ ਕਰਕੇ ਆਉਣਾ, ਮੈਨੂੰ ਕਾਰ ਮਿਲ ਜਾਏ, ਮੈਨੂੰ ਕੋਠੀ ਮਿਲ ਜਾਏ, ਮੇਰਾ ਕਾਰੋਬਾਰ ਹੋਵੇ। ਇਹਦਾ ਮਤਲਬ ਜਿਨ੍ਹਾਂ ਕੋਲ ਸਭ ਕੁਝ ਹੈਗਾ ਉਹਨਾਂ ਨੂੰ ਤਾਂ ਗੁਰੂ ਦੀ ਲੋੜ ਹੀ ਹੈ ਨਹੀਂ। ਪਰ ਸਭ ਕੁਝ ਹੋਣ ਤੋਂ ਬਾਅਦ ਵੀ ਜੇ ਤੇਰੇ ਕੋਲ ਗੁਰਮਤਿ ਨਾ ਹੋਈ, ਤੈਨੂੰ ਰਾਤ ਨੂੰ ਬੈੱਡ 'ਤੇ ਵਧੀਆ ਨੀਂਦ ਨਹੀਂ ਆਉਣੀ। ਬੈੱਡ ਖਰੀਦ ਸਕਦਾ ਤੂੰ, ਤੇਰੇ ਕੋਲ ਪਾਇਆ ਸਮਰੱਥਾ ਵਾ, ਤੂੰ ਗੱਡੀ ਬੜੀ ਵਧੀਆ ਖਰੀਦ ਸਕਦਾ, ਪਰ ਜੇ ਤੂੰ ਚਾਹੁੰਦਾ ਚੈਨ ਦੀ ਨੀਂਦ ਆਵੇ, ਤੂੰ ਐਨ ਸੌਖਾ ਵਧੀਆ ਜ਼ਿੰਦਗੀ ਜਿਉਂ, ਉਹਦੇ ਵਾਸਤੇ ਤੇਰੀਆਂ ਵਿਚਾਰਾਂ ਸ਼ੁਭ ਹੋਣੀਆਂ ਬਹੁਤ ਜ਼ਰੂਰੀ ਨੇ। ਤੋ ਆਓ, ਬੜਾ ਕੀਮਤੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ, ਇੱਕ ਇੱਕ ਬਚਨ ਹੀ ਬੜਾ ਕੀਮਤੀ ਹੈ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਅਤੇ ਜੇ ਗੁਰੂ ਦੇ ਬਚਨ ਮਹਿੰਗੇ ਨੇ ਤਾਂ ਸੋਚੋ ਜਿਹੜੇ ਇਹਨਾਂ ਬਚਨਾਂ ਨਾਲ ਜੁੜਨਗੇ ਉਹ ਕਿਉਂ ਨਾ ਮਹਿੰਗੇ ਹੋਣਗੇ। ਅਤੇ ਆਓ ਗੁਰੂ ਦੇ ਇਹਨਾਂ ਬਚਨਾਂ ਨੂੰ ਸਮਝਣ ਦਾ ਯਤਨ ਕਰੀਏ। ਬੜੇ ਅਦਬ ਨਾਲ ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਜਿੰਨੇ ਤੁਸੀਂ ਘਰਾਂ 'ਚ ਬੈਠੇ ਵੀ ਸਰੋਤੇ ਸੁਣ ਰਹੇ ਹੋ, ਧੰਨਵਾਦ ਇਹਨਾਂ ਸਾਰੇ ਵੀਰਾਂ ਦਾ ਜਿਹੜੇ ਇਸ ਸਾਰੇ ਸਮਾਗਮ ਨੂੰ ਘਰਾਂ ਤੱਕ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਗੁਰਮਤਿ ਨਾਲ ਜੁੜ ਸਕੀਏ। ਅਤੇ ਬੁਲੰਦ ਆਵਾਜ਼ ਵਿੱਚ ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਸਾਰੇ ਜਾਣੇ ਸ਼ਬਦ ਦੀਆਂ ਤੁਕਾਂ ਨੂੰ ਪੜ੍ਹ ਲਈਏ ਤਾਂ ਕਿ ਸਾਡਾ ਮਨ, ਇਹ ਜਿਹੜਾ ਹਵਾ ਵਰਗਾ ਤੇਜ਼ ਆ, ਚੰਚਲ ਵਾ, ਇਹਨੂੰ ਸ਼ਬਦ ਵਿੱਚ ਟਿਕਾ ਸਕੀਏ। ਅਤੇ ਕੁਝ ਸਮੇਂ ਲਈ ਇਹ ਮਹਿਸੂਸ ਕਰੀਏ ਕਿ ਮੈਂ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਨ ਦਾ ਯਤਨ ਕਰਨਾ। ਸਾਰੇ ਜਾਣੇ ਹਾਜ਼ਰੀ ਲਵਾਓ ਜੀ। ਸਤ ਸੰਗਤ ਸ਼ਰਨ ਤੁਮਾਰੀ ਮਾਧੋ, ਸਤ ਸੰਗਤ ਸ਼ਰਨ ਤੁਮਾਰੀ। ਇੱਦਾਂ ਮਹਿਸੂਸ ਕਰਨਾ ਜਿਵੇਂ ਮੈਂ ਆਪਣੇ ਵੱਲੋਂ ਗੁਰੂ ਨੂੰ ਕਹਿ ਰਿਹਾ, ਤੁਸੀਂ ਆਪਣੇ ਵੱਲੋਂ ਕਹਿ ਰਹੇ ਹੋ। ਮਾਧੋ ਦਾ ਅਰਥ ਹੈ ਮਾਇਆ ਦਾ ਪਤੀ।
हे ਮਾਇਆ ਦੇ ਪਤੀ ਮਾਧੋ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤੁਹਾਡੀ ਹੁਣ ਸੰਗਤ ਵਿੱਚ ਆ ਗਿਆ ਹਾਂ, ਮੈਂ ਆਪਣੇ ਆਪ ਨੂੰ ਤੁਹਾਡੇ ਨਾਲ ਜੋੜਨ ਦਾ ਯਤਨ ਕਰ ਰਿਹਾ ਹਾਂ। ਤੂੰ ਮਾਧੋ ਕਿਤੇ ਸਭਿਆ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਸਾਰੇ ਪੜੋ। ਸਤ ਸੰਗਤ ਸ਼ਰਨ ਤੁਮਾਰੀ ਮਾਧੋ, ਸਤ ਸੰਗਤ ਸ਼ਰਨ ਤੁਮਾਰੀ, ਸਤ ਸੰਗਤ ਸ਼ਰਨ ਤੁਮਾਰੀ ਮਾਧੋ, ਸਤ ਸੰਗਤ ਸ਼ਰਨ ਤੁਮਾਰੀ, हम अवगण तुम उपकारी, हम अवगुण तुम उपकारी, हम अवगुण तुम उपकारी, हम अवगुण तुम उपकारी, सत संगत शरण तुम्हारी माधो, सत संगत शरण तुम्हारी, हम अवगुण तुम उपकारी, हम अवगुण तुम उपकारी, संगत का असर पैंदा है। ਚੰਗੇ ਕੋਲ ਬਹੋਗੇ ਤੇ ਚੰਗਾ ਪਵੇਗਾ, ਮਾੜੇ ਕੋਲ ਬਹੋਗੇ ਤੇ ਮਾੜਾ ਪਵੇਗਾ। ਸ਼ੇਖ ਸ਼ਾਦੀ ਨੇ ਬੜੀ ਗਜ਼ਬ ਦੀ ਗੱਲ ਲਿਖੀ ਹੈ। ਅੱਜ ਕੱਲ੍ਹ ਤੇ ਆਪਣੇ ਕੋਲ ਸਾਬਣ ਨੇ, ਸ਼ੈਂਪੂ ਨੇ, ਆਪਣੇ ਸਰੀਰ ਨੂੰ ਸਾਫ਼ ਕਰਨ ਲਈ, ਕੱਪੜੇ ਬਸਤਰ ਸਾਫ਼ ਕਰਨ ਲਈ। ਕਦੀ ਸਮਾਂ ਹੁੰਦਾ ਸੀ, ਬਜ਼ੁਰਗਾਂ ਨੇ ਤੇ ਵੇਖਿਆ ਹੋਣਾ, ਵੱਡੀ ਉਮਰ ਦੀਆਂ ਮਾਵਾਂ ਨੇ ਵੇਖਿਆ ਹੋਣਾ, ਜਦੋਂ ਇਹ ਚੀਜ਼ਾਂ ਨਹੀਂ ਸੀ ਹੈਗੀਆਂ ਤੇ ਘਰ ਕੱਪੜੇ ਸਾਫ਼ ਕਰਨੇ, ਇਹ ਚੀਜ਼ਾਂ ਆਮ ਕਿਹੜੀਆਂ ਹੁੰਦੀਆਂ ਸੀ? ਆਮ ਅੱਜ ਵੀ ਤੁਸੀਂ ਖੇਤਾਂ ਜਿਹੜੇ ਕੰਮ ਕਰਨ ਵਾਲੇ ਸੀ, ਉਹ ਮਿੱਟੀ ਲੈ ਕੇ ਨਾ ਜ਼ਮੀਨ 'ਚੋਂ ਤੋਂ ਆਪਣੇ ਹੱਥ ਮਿੱਟੀ ਨਾਲ ਵੀ ਸਾਫ਼ ਕਰ ਲੈਂਦੇ ਸੀ। ਸ਼ੇਖ ਸ਼ਾਦੀ ਆਪਣੇ ਘਰ ਆਉਂਦਾ ਅਤੇ ਆਪਣੀ ਪਤਨੀ ਨੂੰ, ਜਿਵੇਂ ਬੰਦਾ ਹੱਥ ਧੋਣ ਲਈ ਕੋਈ ਸਾਬਣ ਸਰਫ ਮੰਗਦਾ ਹੈ, ਕੋਈ ਸ਼ੈਂਪੂ ਮੰਗਦਾ ਹੈ, ਉਹਨੇ ਆਪਣੀ ਪਤਨੀ ਨੂੰ ਕਿਹਾ ਵੀ ਮੈਨੂੰ ਹੱਥ ਸਾਫ਼ ਕਰਨ ਲਈ ਮਿੱਟੀ ਦੇ, ਅਤੇ ਉਹਨੇ ਮਿੱਟੀ ਦਿੱਤੀ। ਅਤੇ ਸ਼ੇਖ ਸ਼ਾਦੀ ਨੇ ਇੱਦਾਂ ਹੱਥਾਂ ਨੂੰ ਮਲਿਆ, ਪਾਣੀ ਉੱਤੇ ਪਾਇਆ, ਅਤੇ ਹੱਥ ਜਦੋਂ ਆਪਣੇ ਮੂੰਹ ਲਾਗੇ ਖੜਿਆ ਤਾਂ ਉਹਨੂੰ ਬੜੀ ਪਿਆਰੀ ਸੁਗੰਧੀ ਆਈ। ਅਤੇ ਉਹਨੇ ਆਪਣੀ ਪਤਨੀ ਨੂੰ ਪੁੱਛਿਆ, ਇਹ ਮਿੱਟੀ ਕਿੱਥੋਂ ਲੈ ਕੇ ਆਈ ਆ? ਉਹਦੀ ਜਿਹੜਾ ਆਪਣੇ ਘਰ 'ਚ ਗੁਲਾਬ ਲੱਗਾ, ਉਹਦੀਆਂ ਜੜ੍ਹਾਂ 'ਚੋਂ ਮਿੱਟੀ ਲੈ ਕੇ ਆਈ ਆ, ਉਹਦੇ ਪੈਰਾਂ ਲਾਗਿਓਂ ਲੈ ਕੇ ਆਈ ਆ। ਅਤੇ ਸ਼ੇਖ ਸ਼ਾਦੀ ਦੇ ਮਨ 'ਚ ਖਿਆਲ ਆਇਆ, ਉਹ ਇਹ ਗੁਲਾਬ ਦਾ ਅਸਰ, ਬੋਲੋ ਜੀ, ਇਹ ਮੈਂ ਅੱਧੀ ਗੱਲ ਤਾਂ ਕਹਿੰਦਾ ਵੀ ਜੇ ਤੁਸੀਂ ਬੋਲੋਗੇ ਗੱਲ ਛੇਤੀ ਸਮਝ ਆਊ। ਜੇ ਮੈਂ ਹੀ ਕੰਪਲੀਟ ਕਰਦੀ ਤਾਂ ਬੰਦਾ ਨਾਲ ਤੁਰਦਾ ਨਹੀਂ। ਫਿਰ ਜੇ ਅਸੀਂ ਨਾਲ ਤੁਰਨਾ ਚਾਹੁੰਦੇ ਹਾਂ ਤਾਂ ਅੱਧੀਆਂ ਅੱਧੀਆਂ ਤੁਕਾਂ ਵੀ ਬੋਲਣ ਦੀ ਆਦਤ ਪਾਈਏ। 1 ਸਾਲ ਪ੍ਰੈਕਟਿਸ ਕਰ ਲਓ, ਸੌਖਾ ਹੋ ਜਾਊ। ਅਸੀਂ ਪੰਜਾਬ ਦੇ ਦੀਵਾਨਾਂ 'ਚ ਵੀ ਇਹ ਕਹਿੰਦੇ ਹੁੰਦੇ ਹਾਂ ਕਿ ਜੇ ਅਸੀਂ ਰੋਜ਼ 5 ਮਿੰਟ ਵੀ ਸਮਾਂ ਕੱਢੀਏ ਗੁਰੂ ਗ੍ਰੰਥ ਸਾਹਿਬ ਲਈ, ਆਪਣੇ ਲਈ, ਗੁਰੂ ਗ੍ਰੰਥ ਸਾਹਿਬ ਲਈ ਨਹੀਂ ਕੱਢਣਾ, ਆਪਣੇ ਲਈ ਕੱਢਣਾ। ਮੈਂ ਕੋਈ ਵੀ ਮਰੀਜ਼ ਡਾਕਟਰ ਲਈ ਦਵਾਈ ਖਾਂਦਾ ਕਿ ਆਪਣੇ ਲਈ ਖਾਂਦਾ ਜੀ? ਬੋਲ ਕੇ ਦੱਸਿਓ। ਆਪਣੇ ਲਈ ਖਾਂਦਾ। ਜਦੋਂ ਕਿਤੇ ਉਹਨੇ ਜਾਣਾ ਹੁੰਦਾ, ਉਹ ਕੱਪੜੇ ਭਾਵੇਂ 2 ਘੱਟ ਲੈ ਕੇ ਜਾਵੇ, ਪਰ ਮੈਡੀਸਨ ਦਾ ਡੱਬਾ, ਬੋਲੋ ਜੀ, ਉਹ ਪਹਿਲਾਂ ਪਾਉਂਦਾ। ਉਹਨੂੰ ਪਤਾ ਵੀ ਕੱਪੜੇ ਤਾਂ ਮੈਂ ਬਾਜ਼ਾਰੋਂ ਖਰੀਦ ਲੂੰ, ਜਿਹੜੀ ਮੈਡੀਸਨ ਮੈਂ ਨਾਲ ਜੇ ਨਾ ਲੈ ਕੇ ਗਿਆ ਤਾਂ ਪ੍ਰੋਬਲਮ ਆ ਜੂ। ਜਿੱਦਣ ਅਸੀਂ ਆਪਣੀ ਜ਼ਿੰਦਗੀ 'ਚ ਇਹ ਸੋਚਿਆ ਵੀ ਇਹ ਮੇਰੀ ਜ਼ਿੰਦਗੀ ਦੀ ਜ਼ਰੂਰਤ ਹੈ, ਇਹ ਤੋਂ ਬਿਨਾਂ ਮੇਰਾ ਸਰਨਾ ਨਹੀਂ। ਹੁਣ ਇੱਥੇ ਪਾਤਸ਼ਾਹ ਜੀ ਨੇ ਬਾ ਕਮਾਲ ਗੱਲ ਕਹੀ ਹੈ। ਜੇ ਸ਼ੇਖ ਸ਼ਾਦੀ ਕਹਿੰਦਾ ਵੀ ਜੇ ਗੁਲਾਬ ਦੀ ਸੁਗੰਧੀ ਦਾ ਅਸਰ ਮਿੱਟੀ 'ਤੇ ਹੋ ਸਕਦਾ, ਇਹਦਾ ਮਤਲਬ ਜਿੱਥੇ ਵੀ ਤੁਸੀਂ ਬੈਠਦੇ ਹੋ ਤੁਹਾਡੇ 'ਤੇ ਕੋਈ ਨਾ ਕੋਈ ਮਾੜਾ ਮੋਟ ਅਸਰ ਹੋਏਗਾ। ਸੰਗਤ ਆਉਣ ਦਾ ਮਤਲਬ ਕੀ? ਮਾਂ ਪ੍ਰਿੰਸੀਪਲ ਹੋਵੇ ਨਾ, ਪਿਤਾ ਵੀ ਪ੍ਰਿੰਸੀਪਲ ਹੋਵੇ, ਉਹ ਬੱਚੇ ਨੂੰ ਘਰ ਨਹੀਂ ਪੜ੍ਹਾ ਸਕਦੇ, ਉਹਨਾਂ ਨੂੰ ਵੀ ਸਕੂਲ 'ਚ ਐਡਮਿਸ਼ਨ ਦਿਵਾਉਣੀ ਪੈਂਦੀ ਹੈ। ਉਹ ਹਾਂ, ਸਕੂਲ 'ਚ ਪੜ੍ਹ ਰਹੇ ਬੱਚੇ ਦੀ ਹੈਲਪ ਕਰ ਸਕਦੇ ਆ, ਪਰ ਜੋ ਡਿਸਪਲਿਨ ਉਹਨੇ ਸਕੂਲ ਵੀ ਜਾ ਕੇ ਸਿੱਖਣਾ ਨਾ, ਉਹ ਘਰ ਵਿੱਚ ਨਹੀਂ ਸਿੱਖ ਪਾਉਂਦਾ। ਇਹ ਇੱਕ ਸਕੂਲ ਆ ਸਿੱਖੀ ਦਾ। ਇੱਥੇ ਮੈਂ ਉੱਠਣਾ, ਇੱਥੇ ਮੈਂ ਬੈਠਣਾ, ਇੱਥੇ ਮੈਂ ਬਰਤਨ ਸਾਫ਼ ਕਰਨੇ, ਇੱਥੇ ਮੈਂ ਝਾੜੂ ਪੋਚਾ ਲਾਉਣਾ। ਇੱਥੇ ਅਰਬਾਂਪਤੀ ਬੰਦਾ ਹੋਵੇ, ਹੱਥ ਵਿੱਚ ਬਾਲਟੀ ਫੜ ਕੇ ਦੂਜਾ ਵਰਤਾਉਂਦਾ। ਕਦੀ ਸੋਚ ਕੇ ਵੇਖੋ ਤੁਸੀਂ, ਉੱਥੇ ਆਪਣੇ ਆਪ ਨੂੰ ਘਰ ਦੇ ਵਿੱਚ ਜਿਹੜਾ ਨੌਕਰ ਕੰਮ ਕਰਦਾ ਹੈ,
ਆ ਤਾਂ ਹੁਣ ਥੋੜ੍ਹੀ ਬਹੁਤੀ ਐਜੂਕੇਸ਼ਨ ਦਾ ਪੱਧਰ ਉੱਚਾ ਹੋਇਆ। ਬਜ਼ੁਰਗਾਂ ਨੂੰ ਤਾਂ ਪਤਾ ਹੋਣਾ, ਜਿਹੜਾ ਖੇਤਾਂ 'ਚ ਕੰਮ ਕਰਦਾ ਹੁੰਦਾ ਸੀ ਉਹਦੇ ਬਰਤਨ ਵੱਖਰੇ ਰੱਖੇ ਹੁੰਦੇ ਸੀ। ਹੁਣ ਥੋੜ੍ਹਾ ਜਿਹਾ ਤਰੱਕੀ ਕਰ ਗਿਆ ਸਾਡਾ ਵਰਗ, ਬਾਣੀ ਪੜ੍ਹਨ ਲਾ ਲਓ ਜਾਂ ਤੁਸੀਂ ਐਜੂਕੇਸ਼ਨ ਦਾ ਪੱਖ ਲਾ ਲਓ। ਹੁਣ ਮੰਜੇ 'ਤੇ ਬਹਿ ਕੇ ਕਾਮਾਂ ਅਤੇ ਕਿਸਾਨ ਇਕੱਠੇ ਰੋਟੀ ਖਾਂਦੇ ਆ। ਹੁਣ ਨਹੀਂ ਫਰਕ ਹੈਗਾ ਕੋਈ, ਹੁਣ ਤਾਂ ਇਕੱਠੇ ਬਹਿ ਕੇ ਵੀ ਖਾ ਲੈਂਦੇ ਆ। ਇਹ ਗੱਲ ਹੋਣੀ ਚਾਹੀਦੀ ਸੀ, ਕਿਉਂਕਿ ਸਾਰੀ ਦਿਹਾੜੀ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨਾਲ ਪ੍ਰਚਾਰ ਕਰਦੇ ਆ। 2 ਮਿੰਟ ਸੋਚ ਕੇ ਵੇਖਿਓ, ਜਦੋਂ ਪ੍ਰਸ਼ਾਦਾ ਛਕਣ ਦਾ ਵਕਤ ਹੁੰਦਾ ਹੋਏਗਾ, ਮਹਾਰਾਜ ਕਹਿੰਦੇ ਹੋਣਗੇ ਮਰਦਾਨਾ ਥੋੜ੍ਹਾ ਜਿਹਾ ਪਰਾਂ ਹੋ ਜਾ। ਇੱਦਾਂ ਕਹਿੰਦੇ ਹੋਣਗੇ ਪ੍ਰਸ਼ਾਦਾ ਛਕਣ ਲੱਗੇ ਥੋੜ੍ਹਾ ਜਿਹਾ ਪਰਾਂ ਹੋ ਜਾ। ਇਹ ਉਹਨਾਂ ਪਖੰਡੀਆਂ ਵਾਸਤੇ, ਜਿਹੜੇ ਪਖੰਡੀ ਕਿਸੇ ਦੇ ਹੱਥ ਲੱਗਣ ਦਾ, ਜਿਹੜੇ ਕਿਸੇ ਦੇ ਘਰ ਜਾ ਕੇ ਵੀ ਇਹ ਕਹਿੰਦੇ ਆ ਵੀ ਬੀਬੀ ਉਹ ਰਸੋਈ 'ਚੋਂ ਪਰਾਂ ਹੋ ਜਾਓ, ਕਿਚਨ 'ਚੋਂ ਪਰਾਂ ਹੋ ਜਾਓ, ਸਾਡੇ ਵਾਸਤੇ ਸਾਡਾ ਭੋਜਨ ਪਾਣੀ ਕੌਣ ਤਿਆਰ ਕਰਦੇ? ਬੋਲੋ ਭਾਈ। ਜਿਹੜੇ ਉਹਨਾਂ ਦੇ ਸੇਵਾਦਾਰ ਆਉਂਦੇ ਉਹ ਤਿਆਰ ਕਰਦੇ। ਇਹਦਾ ਮਤਲਬ ਜੇ ਤੁਹਾਡੇ ਘਰ ਦੀ ਬੀਬੀ ਦੇ ਹੱਥ ਦਾ ਬਣਿਆ ਭੋਜਨ ਵੀ ਪਸੰਦ ਨਹੀਂ, ਤੇ ਗੁਰੂ ਨਾਨਕ ਮਹਾਰਾਜ ਦੇ ਰਸਤੇ 'ਤੇ ਪਾਂਧੀ ਕਿੱਦਾਂ ਹੋਏ ਫਿਰੇ? ਤੇ ਸਾਡੇ ਜਿਹੜੇ ਇੱਦਾਂ ਦਾ ਪਖੰਡ ਕਰਦੇ ਉਹਨੂੰ ਕੀ ਕਹਿੰਦੇ? ਬੜੀ ਕਰਨੀ ਵਾਲੇ ਮਹਾਂਪੁਰਖ ਆ ਜੀ। ਉਹ ਬੋਲੋ ਭਾਈ, ਬੜੀ ਕਰਨੀ ਵਾਲੇ। ਅੱਛਾ, ਦੂਜਿਆਂ ਦੇ ਘਰ 'ਚ ਕਿੱਡਾ ਨਾਟਕ ਕਰਦੇ, ਇਹਦੇ ਹੱਥ ਦਾ ਨਹੀਂ ਖਾਣਾ, ਇਹਨੇ ਅੰਮ੍ਰਿਤ ਨਹੀਂ ਛਕਿਆ, ਇਹਦੇ ਹੱਥ ਦਾ ਨਹੀਂ ਖਾਣਾ, ਅੰਮ੍ਰਿਤ ਨਹੀਂ ਛਕਿਆ। ਤੇ PM ਨੇ 3 ਫੁੱਟੀ ਕਿਰਪਾਨ ਪਾਈ ਸੀ, ਜਿਹਦੇ ਹੱਥ ਦਾ 4-5 ਦਿਨ ਪਹਿਲਾਂ ਪਲੇਟਾਂ ਚੱਕੀ ਫਿਰਦੇ ਸੀ। ਉਹ ਬੋਲੋ ਭਾਈ, ਮੈਨੂੰ ਪਤਾ ਤੁਹਾਡੇ 'ਚ ਕੋਈ ਬਾਬਿਆਂ ਦਾ ਸੇਵਕ ਨਹੀਂ ਬੈਠਾ। ਇਹ ਤੇ ਲਾਈਵ ਜਿਹੜੇ ਘਰਾਂ ਸੁਣ ਰਹੇ ਆ, ਉਹ ਆਪਣਾ ਕੰਬਲ ਮਰੋੜ ਲੈਣ ਗਿਆ ਸੁਣ ਕੇ। ਮੈਂ ਬੰਗਲਾ ਸਾਹਿਬ ਕਥਾ ਕਰਦਾ, ਤੇ ਇੱਕ ਕਹਿੰਦਾ ਜਦੋਂ ਤੁਹਾਡੀ ਕਥਾ ਆਉਂਦੀ ਮੈਂ TV ਉੱਤੇ ਕੱਪੜਾ ਪਾ ਦੇਣਾ। ਮੈਂ ਕਿਹਾ ਕੱਪੜਾ ਪਾਉਣ ਦੀ ਕੀ ਲੋੜ ਆ, ਰਿਮੋਟ ਆ, ਅੱਛਾ ਚੈਨਲ ਬਦਲ ਲਓ। ਕੰਪਨੀ ਨੇ ਰਿਮੋਟ ਦਿੱਤਾ ਹੋਇਆ, ਉੱਠਣ ਦੀ ਵੀ ਲੋੜ ਨਹੀਂ। ਪੁੱਛੋ ਉਹਨਾਂ ਜਾ ਕੇ ਪਖੰਡੀਆਂ ਨੂੰ ਜਿਹੜੇ ਤੁਹਾਡੇ ਘਰ ਜਾ ਕੇ ਨਾਟਕ ਕਰਦੇ ਆ। ਤੇ ਕੁਝ ਦਿਨ ਪਹਿਲਾਂ ਸੁਣਿਆ, ਵੇਖ ਲਿਆ ਹੋਣਾ ਮੀਡੀਆ 'ਤੇ ਸਾਰਿਆਂ ਨੇ, ਉਹ ਇੱਦਾਂ ਪਲੇਟਾਂ ਫੜਾ ਰਹੇ PM ਸਾਹਿਬ ਉਹਨਾਂ ਨੂੰ। ਉੱਥੇ ਕਿਸੇ ਨੇ ਪੁੱਛਿਆ ਜੀ ਤੁਹਾਡੇ ਹੱਥ ਦਾ ਨਹੀਂ ਅਸੀਂ। ਉਹਨਾਂ ਵਿੱਚ ਉਹ ਆ ਜਿਹੜੇ ਲੋਕਾਂ ਦੇ ਘਰਾਂ ਜਾ ਕੇ ਇਹ ਨਾਟਕ ਕਰਦੇ ਆ, ਇਹਦੇ ਹੱਥ ਦਾ ਨਹੀਂ ਛਕਣਾ, ਇਹ ਕਲੀਨਸ਼ਿਪ ਆ, ਇਹਦੇ ਹੱਥ ਦਾ ਨਹੀਂ ਛਕਣਾ, ਨੇ ਅੰਮ੍ਰਿਤ ਨਹੀਂ ਛਕਿਆ, ਇਹਦੇ ਹੱਥ ਦਾ ਨਹੀਂ ਛਕਣਾ, ਇਹ ਬੀਬੀ ਨੇ ਸਾਡੇ ਵਰਗਾ ਬਣਾ ਨਹੀਂ ਪਾਇਆ। ਕਦੋਂ ਪੁੱਛਾਂਗੇ? ਤੁਹਾਡੇ ਬਿਜ਼ਨਸ ਵਿੱਚ ਤੁਹਾਨੂੰ ਕੋਈ ਠੱਗੀ ਮਾਰੇ, ਤੁਸੀਂ ਪਿੱਟ ਕੇ ਦੂਜਿਆਂ ਨੂੰ ਦੱਸਦੇ ਹੋ, ਤੁਹਾਡੇ ਨਾਲ ਵਿਚੋਲਾ ਧੋਖਾ ਕਰ ਜਾਏ, ਤੁਸੀਂ ਪਿੱਟ ਸਿਆਪਾ ਪਾਉਂਦੇ ਹੋ। ਧਰਮ ਦੇ ਨਾਂ 'ਤੇ ਤੁਹਾਡੇ ਨਾਲ ਐਡੀ ਵੱਡੀ ਠੱਗੀ ਵੱਜ ਗਈ, ਉਹ ਤੁਸੀਂ ਦੁਹਾਈ ਪਹਿਰਿਆ ਵੀ ਨਹੀਂ ਕਰਦੇ। ਉੱਥੇ ਅਸੀਂ ਮੂਕ ਦਰਸ਼ਨ ਬਣ ਕੇ ਤੇ ਅਸੀਂ ਹਾਂ 'ਚ ਹਾਂ ਮਿਲਾ ਦਿੰਦੇ ਹਾਂ। ਕਦੋਂ ਸਮਝਾਂਗੇ ਅਸੀਂ? ਗੁਰੂ ਸਾਹਿਬ ਜੀ ਨੇ ਐਡੀ ਵੱਡੀ ਐਗਜ਼ਾਮਪਲ ਸੈੱਟ ਕੀਤੀ ਕਿ ਜਿੱਦਣ ਮੈਂ ਸੱਤ ਦੀ ਸੰਗਤ ਕਰਾਂਗਾ, ਮੇਰਾ ਜ਼ਿੰਦਗੀ ਜਿਉਣ ਦਾ ਤਰੀਕਾ ਹੀ ਵੱਖਰਾ ਹੋਏਗਾ। ਹੁਣ ਰਹਾਉ ਦਾ ਬੰਦ ਹੈ, ਮਾਧੋ ਸਤ ਸੰਗਤ। ਹੇ ਮਾਧੋ, ਜਿੱਥੇ ਤੁਹਾਡੀ ਸੰਗਤ ਹੁੰਦੀ ਹੈ, ਤੋ ਸੰਗਤ ਜਿੱਥੇ ਮਰਜ਼ੀ ਕਰ ਲਓ, ਦੁਕਾਨ 'ਤੇ ਕਰ ਲਓ, ਖੇਤਾਂ 'ਚ ਕਰ ਲਓ, ਘਰ ਬਹਿ ਕੇ ਕਰ ਲਓ, ਪਤੀ ਪਤਨੀ ਚੰਗੀਆਂ ਗੱਲਾਂ ਕਰ ਲਓ, ਪਿਓ ਪੁੱਤਰ ਕਰ ਲਓ, ਨੂੰਹ ਸੱਸ ਕਰ ਲਓ, ਦੋਸਤ ਮਿੱਤਰ ਕਰ ਲਓ, ਤੁਹਾਡਾ ਸਟਾਫ ਆ, ਤੁਹਾਡੇ ਨਾਲ ਬਹਿ ਕੇ ਕੋਈ ਚੰਗੀ ਗੱਲ ਕਰ ਲੈ, ਜਿੱਥੇ ਮਰਜ਼ੀ ਕਰ ਲਓ। ਸਤ ਦੀ ਸੰਗਤ, ਉਹਦੇ ਵਾਸਤੇ ਕੋਈ ਸਮਾਂ ਸਥਾਨ ਨਹੀਂ ਹੈ। ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਮੈਂ ਤੁਹਾਡੀ ਸਤ ਦੀ ਸੰਗਤ ਵਿੱਚ ਆ ਗਿਆ ਹਾਂ। ਕਿਉਂ ਆਇਆ? ਕਿਉਂਕਿ ਮੈਨੂੰ ਪਤਾ ਲੱਗ ਗਿਆ ਹਮ ਅਵਗੁਣ, ਮੈਂ ਔਗੁਣਾ ਨਾਲ ਭਰਿਆ ਪਿਆ ਤੇ ਤੁਮ ਉਪਕਾਰੀ। ਤੁਸੀਂ ਉਪਕਾਰ ਕਰਨ ਵਾਲੇ ਹੋ ਤੇ ਮੈਂ ਔਗੁਣਾ ਨਾਲ ਭਰਿਆ ਪਿਆ। ਜਿੱਦਣ ਸਾਡੀ ਆਪਣੇ ਲਈ ਇਹ ਅਰਦਾਸ ਹੋਏਗੀ ਨਾ, ਬਾਬਾ ਮੇਰੇ ਕੋਲ ਸਭ ਕੁਝ ਹੈਗਾ, ਬਸ ਇੱਕੋ ਘਾਟ ਆ ਕਿ ਮੇਰੇ ਕੋਲ ਗੁਣ ਹੈ ਨਹੀਂ ਜਿਹਦੇ ਨਾਲ ਮੈਂ ਜ਼ਿੰਦਗੀ ਜੂ ਸਕਾਂ, ਉਸ ਦਿਨ ਸਾਡਾ ਅਜੇ ਤੇ ਮਾਫ਼ ਕਰਨਾ, ਜਿਹੜੇ ਕੰਮ ਲਈ ਹੱਟ ਖੁੱਲ੍ਹਾ ਨਾ, ਉਹ ਸੌਦਾ ਘੁੱਟਾਂ ਹੀ ਮੰਗਦਾ। ਅਜੇ ਤਾਂ ਸਾਡੀਆਂ ਮੰਗਾਂ ਆਟੇ ਦਾਲ ਤੋਂ ਗਾਂ ਗਈਆਂ ਹੀ ਨਹੀਂ। ਮੈਂ ਆਟਾ ਮੰਗੀ ਜਾਂਦਾ, ਮੈਂ ਦਾਲ ਮੰਗੀ ਜਾਂਦਾ, ਮੈਂ ਪੁੱਤ ਮੰਗੀ ਜਾਂਦਾ, ਮੈਂ ਕਾਰ ਮੰਗੀ ਜਾਂਦਾ, ਮੈਂ ਨੌਕਰੀ ਮੰਗੀ ਜਾਂਦਾ। ਸਾਨੂੰ ਇਹ ਲੱਗਦਾ ਮੇਰੇ ਮੰਗਿਆ ਮਿਲਣੀ ਹੈ। ਇਮਾਨਦਾਰੀ ਨਾਲ ਕੰਮ ਕਰੀ ਜਾਵੇ। ਮੈਂ ਪਹਿਲਾਂ ਆਰੰਭ 'ਚ ਕਿਹਾ, ਜਿਹੜਾ ਸਟੂਡੈਂਟ ਮਿਹਨਤ ਕਰਦਾ ਨਾ, ਉਹ ਆਪਣੇ ਮਾਂ-ਬਾਪ ਨੂੰ ਪਹਿਲਾਂ ਕਹਿੰਦਾ ਐਰਕੀ 99% ਨੰਬਰ ਲੈ ਕੇ ਪਾਸ ਹੋਵਾਂਗਾ। ਮਾਂ-ਬਾਪ ਆਉਂਦੇ ਤੈਨੂੰ ਕਿੱਦਾਂ ਪਤਾ? ਕਹਿੰਦਾ ਮਿਹਨਤ ਕਰਦਾ, ਮੈਨੂੰ ਪਤਾ। ਧੀ ਆਂਦੀ ਮੈਂ ਮਿਹਨਤ ਕਰਦੀ ਹਾਂ। ਅਤੇ ਉਹ ਜਿੰਨੇ ਕਹਿੰਦਾ ਨਾ, ਉਹ ਤੋਂ ਪਲੱਸ ਹੀ ਜਾਂਦਾ ਕੰਮ, ਥੱਲੇ ਨਹੀਂ ਆਉਂਦਾ ਕੰਮ। ਅਤੇ ਜਿਹੜੇ ਨਲਾਇਕ ਹੁੰਦੇ, ਉਹਨਾਂ ਦੀਆਂ ਮਾਵਾਂ ਉਹਨਾਂ ਦੇ ਨਾ ਕਿਤਾਬਾਂ ਵਿੱਚ ਮੋਰ ਦੇ ਖੰਭ ਰੱਖ ਕੇ ਮਰ ਜਾਂਦੀਆਂ। ਹੁਣ ਪਤਾ ਲੱਗਾ ਵੀ ਮੋਰ ਦੀਆਂ ਕਿਤਾਬਾਂ ਨਾਲ ਕੀ ਸੰਬੰਧ ਜੀ। ਇੱਦਾਂ ਦੇ ਮੋਰ ਦੇ ਪਰਿਵਾਰ ਨੇ PhD ਕੀਤੀ ਹੁੰਦੀ। ਅੱਛਾ, ਦਹੀਂ ਚੱਕੀਆਂ ਫਿਰਨਗੀਆਂ ਉਹਨਾਂ ਮਗਰ, ਤੂੰ ਦਹੀਂ ਖਾ ਕੇ ਜਾ,
ਤੇਰਾ ਪੇਪਰ ਵਧੀਆ ਹੋਊ। ਇੱਦਾਂ ਫਿਰ ਜਿਹੜੇ ਦਹੀਂ ਕੁਇੰਟਲਾਂ ਨਾਲ ਕੁਇੰਟਲ ਜਮਾਉਂਦੇ ਹਲਵਾਈ, ਉਹਨਾਂ ਦੇ ਬੱਚੇ ਤੇ ਟੌਪ ਕਰ ਜਾਂਦੇ ਉਹਨੂੰ। ਨਾ ਉਹਨਾਂ ਦੀਆਂ ਮਾਵਾਂ ਇਹ ਕਹਿੰਦੀਆਂ ਆ ਪੈਨ ਲੈ ਆ ਪੁੱਤ ਕਿਤੇ ਅਰਦਾਸ ਕਰਾਇਆ। ਪੈਨ ਲਿਖਣਾ, ਪੈਨ 10 ਰੁਪਏ ਦਾ ਹੋਵੇ, ਬ੍ਰੇਨ 'ਚ ਗਿਆਨ ਹੋਵੇ, ਵਧੀਆ ਲਿਖੇਗਾ। ਪੈਨ 2 ਲੱਖ ਦਾ ਵੀ ਲਾਇਆ ਹੋਇਆ ਭਾਵੇਂ ਜੇਬ ਦੇ। ਪੈਨ ਨੇ ਮਹਿੰਗਾ ਨਹੀਂ ਹੋਣਾ, ਬੰਦਿਆ ਤੂੰ ਮਹਿੰਗਾ ਹੋਵੇਗਾ। ਹੁਣ DC ਦੇ ਹੱਥ ਵਿੱਚ ਫੜਿਆ ਹੋਵੇ 10 ਰੁਪਏ ਦਾ ਪੈਨ ਵੀ ਆਪਣੇ ਆਪ 'ਚ ਹੀ ਮਹਿੰਗਾ ਵਾ। ਨਲਾਇਕ ਬੰਦੇ ਦੀ ਜੇਬ 'ਤੇ ਭਾਵੇਂ ਤੁਸੀਂ ਲਾ ਦਿਓ 2 ਲੱਖ ਦਾ ਪੈਨ, ਉਹਨੂੰ ਉਸ ਪੈਨ ਦਾ ਕੀ ਮਤਲਬ ਹੈ? ਮਹਿੰਗਾ ਚੀਜ਼ਾਂ ਮਹਿੰਗੀਆਂ ਨਹੀਂ ਹੁੰਦੀਆਂ। ਬੰਦਾ ਮਹਿੰਗਾ ਹੋਵੇ, ਚੀਜ਼ ਉਹ ਮਾੜੀ ਚੀਜ਼ ਨੂੰ ਵੀ ਹੱਥ ਲਵੇ ਤੇ ਆਪਣੇ ਆਪ ਮਹਿੰਗੀ ਹੋ ਜਾਂਦੀ ਹੈ। ਜੇ ਵਸਤੂਆਂ ਮਹਿੰਗੀਆਂ ਤੈਨੂੰ ਕਰਦੀਆਂ, ਤੂੰ ਤਾਂ ਬੜਾ ਸਸਤਾ ਹੈ ਬੰਦਿਆ। ਤੂੰ ਆਪਣੇ ਆਪ ਨੂੰ ਇੰਨਾ ਮਹਿੰਗਾ ਕਰ ਲਾ ਕਿ ਤੂੰ ਜਿਹੜੀ ਵਸਤੂ ਨੂੰ ਹੱਥ ਲਾਵੇਂ ਉਹ ਵਸਤੂ ਆਪਣੇ ਆਪ 'ਚ ਮਹਿੰਗੀ ਹੋ ਜਾਏ। ਉਦੋਂ ਹੋਏਗੀ ਜਦੋਂ ਤੇਰੇ ਕੋਲ ਗਿਆਨ ਆਏਗਾ। ਆ ਤੁਸੀਂ ਵੇਖੋ, ਜੱਜ, ਇਹ ਬਾਣੀ 'ਚ ਲਿਖਿਆ, ਤਲੰਗ ਰਾਗ ਦਾ ਸ਼ਬਦ ਹੈ। ਜਿੱਦਣ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲੈਣਾ, ਹਰ ਪੱਖੋਂ ਚਾਰੇ ਦਿਸ਼ਾਵਾਂ ਵਾਲੇ ਬੰਨਿਓ ਸਾਨੂੰ ਉਪਦੇਸ਼ ਗੁਰੂ ਸਾਹਿਬ ਜੀ ਕਲੀਅਰ ਦਿੰਦੇ ਆ। ਬੰਦੇ ਆਪਣੇ ਆਪ ਨੂੰ ਇੰਨਾ ਮਹਿੰਗਾ ਕਰ ਲਾ, ਆਪਣੇ ਆਪ ਨੂੰ ਇੰਨਾ ਮਹਿੰਗਾ ਕਰ ਲਾ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਹਾਂ ਦੀਵਾਨਾ ਭਇਆ ਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਕਿ ਪੱਟ ਭਾਂਡਾ ਕਹੇ ਨਾ ਕੋਈ, ਐਸਾ ਭਗਤ ਵਰਨਮੈ ਹੋਏ। ਅੱਜ ਤੱਕ ਕਿਸੇ ਬੰਦੇ ਨੇ ਇਹ ਕਿਹਾ ਆ ਦੇਸੀ ਘਿਓ ਮੈਂ ਬਾਜ਼ਾਰੋਂ ਖਰੀਦ ਕੇ ਲਿਆਇਆ, ਇਹ ਕਿਹੜੀ ਮੱਝ ਦਾ, ਕਿਹੜੀ ਗਾਂ ਦਾ, ਇਹ ਗਾਂ ਕਿਹੜੇ ਘਰ ਦੀ ਆ, ਇਹਨੂੰ ਪੱਠੇ ਕਿਹਨੇ ਪਾਏ ਆ? ਕਿਉਂਕਿ ਘਿਓ ਆਪਣੇ ਆਪ 'ਚ ਹੀ ਮਹਿੰਗਾ। ਆ ਮੇਰੀਆਂ ਸਿਆਣੀਆਂ ਭੈਣਾਂ ਬੈਠੀਆਂ, ਮਾਵਾਂ ਬੈਠੀਆਂ, ਤੁਸੀਂ ਸਾਰੇ ਜਾਣਦੇ ਹੋ, ਆਪਣੇ ਘਰ 5 ਲੀਟਰ ਪਾਣੀ ਦਾ ਜੱਗ ਭਰਿਆ, ਉਹ 'ਚ ਮੱਖੀ ਪੈ ਜਾਏ ਕੀ ਕਰੀਦਾ ਭਲਾ? ਬੋਲੋ ਜੀ। ਤੇ ਦੇਸੀ ਘਿਓ ਦੇ 5 ਚਮਚੇ ਕੌਲੀ 'ਚ ਹੋਣ, ਜੇ ਮੱਖੀ ਡਿੱਗ ਪਏ ਕੀ ਕਰੀਦਾ ਭਲਾ? ਹੁਣ ਘਿਓ ਕਿਉਂ ਨਹੀਂ ਡੋਲਿਆ? ਨਾਲੇ ਘਿਓ 'ਚੋਂ ਮੱਖੀ ਕੱਢ ਕੇ ਹੀ ਜਾਣਗੇ, ਉਹ ਸੁੱਚਾ ਹੀ ਹੁੰਦਾ। ਲਾਗੇ ਪਾਣੀ ਨੂੰ ਗਸ਼ਾਂ ਪੈ ਰਹੀਆਂ, ਪਾਣੀ ਨੂੰ ਆਪਣੇ ਸਸਤੇ ਹੋਣ ਤੇ ਅਫਸੋਸ ਹੋ ਰਿਹਾ, ਕਾਸ਼ ਕਿਤੇ ਮੈਂ ਵੀ ਘਿਓ ਹੁੰਦਾ। ਹੁਣ ਤੁਸੀਂ ਕਹੋਗੇ ਮੈਂ ਕੋਲੋਂ ਕਿਹਾ, ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਅੱਛਾ ਜੀ, ਇਹ ਉਹ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ ਜਿਨ੍ਹਾਂ ਦੇ ਅਸੀਂ ਹਜ਼ਾਰਾਂ ਵਾਰ ਸੰਪਟ ਪਾਠ ਤੇ ਅਖੰਡ ਪਾਠ ਕਰਾ ਛੱਡੇ ਤੇ ਆਪ ਕੋਲ ਬੈਠੇ ਹੀ ਨਾ। ਆ ਜਿਹੜੀਆਂ ਮੈਂ 2 ਫੁੱਟ ਉੱਪਰ ਬੈਠ ਕੇ ਗੱਲਾਂ ਕਰ ਰਿਹਾ, ਤੁਸੀਂ ਵੀ ਕਰ ਸਕਦੇ ਹੋ। ਸਾਨੂੰ ਸਕੂਨ ਮਿਲਦਾ ਜਦੋਂ ਅਸੀਂ ਕਿਸੇ ਪਿੰਡ ਕੈਂਪ ਲਾ ਕੇ ਆਈਦਾ, ਅਗਲੇ ਸਾਲ ਉਸੇ ਪਿੰਡ ਵਿੱਚੋਂ ਇੱਕ ਬੱਚਾ ਤਿਆਰ ਹੋ ਕੇ ਉੱਥੇ ਗੁਰਮਤਿ ਦੀ ਗੱਲ ਕਰ ਰਿਹਾ ਹੁੰਦਾ, ਅੰਦਰੋਂ ਸਕੂਨ ਮਿਲਦਾ, ਅੰਦਰੋਂ ਖੁਸ਼ੀ ਹੁੰਦੀ ਆ। ਕਿ ਜਿਵੇਂ ਜਦੋਂ ਗਾਰਡਨ 'ਚ ਫੁੱਲ ਖਿੜੇ ਹੁੰਦੇ, ਸਭ ਤੋਂ ਵੱਧ ਖੁਸ਼ੀ ਕਿਹਨੂੰ ਹੁੰਦੀ ਆ? ਜਿਹੜਾ ਉਹਨੂੰ ਮਾਲੀ ਪਾਣੀ ਪਾ ਕੇ ਆਉਂਦਾ, ਕਹਿੰਦਾ ਸ਼ੁਕਰ ਹੈ ਯਾਰ, ਕੋਈ ਅਰਦਾਸ ਕਰਨ ਲੱਗਾ, ਕੋਈ ਬਾਣੀ ਪੜ੍ਹਨ ਲੱਗਾ, ਸਾਡੀ ਕੋਈ ਧੀ ਗੁਰਬਾਣੀ ਵਾਲੇ ਬੰਨੇ ਤੁਰੀ ਹੈ। ਕੋਈ ਔਖਾ ਤੁਹਾਨੂੰ ਆਪਣੇ ਆਪ ਸਮਝ ਆ ਜਾਏਗੀ। ਕਿ ਪੱਟ ਕਹਿੰਦੇ ਰੇਸ਼ਮ ਨੂੰ, ਕਿ ਪੱਟ ਭਾਂਡਾ ਕਹੇ ਨਾ ਕੋਈ, ਐਸਾ ਭਗਤਵਰ ਜਿਹੜਾ ਬੰਦਾ ਕਿਸੇ ਬੰਦੇ ਦੇ ਹੱਥ ਲਾਇਆ, ਕਹਿੰਦਾ ਤੂੰ ਨੀਵੀਂ ਜਾਦਾ, ਤੇਰਾ ਹੱਥ ਲਾਇਆ ਮੈਂ ਪਿੱਟਿਆ ਗਿਆ। ਜੇ ਉਹ ਬੱਚਾ ਕੱਲ੍ਹ ਨੂੰ ਪੜ੍ਹਾਈ ਕਰਕੇ, ਸਟੱਡੀ ਕਰਕੇ ਡਾਕਟਰ ਬਣ ਜਾਏ, ਉਸੇ ਬਾਬੇ ਦਾ ਆਪਰੇਸ਼ਨ ਕਰੇ, ਹੁਣ ਪੁੱਛੋ ਬਾਬਾ ਜੀ ਇਹਦੇ ਹੱਥ ਲੱਗਣ ਨਾਲ ਪਿੱਟੇ ਗਿਆ ਕਿ ਨਹੀਂ ਪਿੱਟੇ ਗਿਆ? ਕਿਉਂਕਿ ਡਾਕਟਰ ਆਪਣੇ ਆਪ 'ਚ ਹੀ ਮਹਿੰਗਾ। ਡਾਕਟਰ ਕੋਈ ਸਸਤਾ ਹੈ ਹੀ ਨਹੀਂ, ਕਿਉਂਕਿ ਮਹਿੰਗਾ। ਅਗਲਾ ਮਿਹਨਤ ਕੀਤੀ ਹੈ, ਅਗਲੇ ਨੇ ਕਿਤਾਬਾਂ ਪੜ੍ਹੀਆਂ ਨੇ, ਅਗਲਾ ਅੱਧੀ ਰਾਤ ਤੱਕ ਜਾਗਿਆ ਵਾ, ਉਹਦਾ ਖੇਡਣ ਨੂੰ ਜੀ ਕਰਦਾ ਸੀ, ਅਗਲੇ ਨੇ ਮਿਹਨਤ ਕੀਤੀ ਹੈ, ਜਿਹੜਾ ਉਹ ਅਫਸਰ ਬਣਿਆ। ਅੱਜ ਸਾਡੇ ਸਾਹਮਣੇ ਐਗਜ਼ਾਮਪਲ ਸੈੱਟ ਹੈ ਕਿ ਹਰਿਆਣੇ ਦਾ ਉਹ ਬਾਬਾ ਗੁਰਮੀਤ ਰਾਮ ਰੀਮ, ਜਿਹਦੇ ਪੈਰਾਂ ਜਾ ਕੇ ਵੱਡੇ ਵੱਡੇ ਮਿਨਿਸਟਰ ਬੈਠਦੇ ਸੀ, ਜੱਜ ਦੇ ਸਾਹਮਣੇ ਉਹ ਹੱਥ ਜੋੜ ਕੇ ਖਲੋਤਾ ਸੀ, ਕਿਉਂਕਿ ਜੱਜ ਮਹਿੰਗਾ। ਜੇ ਉਹ ਜੱਜ ਬਾਹਰਲੀ ਕਿਸੇ ਗੈਬੀ ਸ਼ਕਤੀ ਤੇ ਡਰ ਜਾਂਦਾ, ਲੰਮੇ ਪੈ ਜਾਣਾ ਸੀ। ਪਰ ਅਗਲੇ ਨੇ ਪ੍ਰਵਾਹ, ਬੋਲੋ ਜੀ, ਬੰਦੇ ਆਪਣੇ ਆਪ ਨੂੰ ਮਹਿੰਗਾ ਬਣਾ। ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਜਿੰਨੇ ਵੀ ਮਹਾਨ ਯੋਧੇ, ਜਿਸ ਗੁਰੂ ਸਾਹਿਬ ਜੀ ਨੇ ਗੁਰਬਾਣੀ ਨੂੰ ਇੱਕ ਥਾਂ ਤੇ ਇਕੱਠੇ ਕਰ ਲੱਗਿਆ, ਜਾਤ ਪਾਤ ਨਹੀਂ ਵੇਖੀ, ਅਸੀਂ ਉਹਨਾਂ ਦੇ ਨਾਂ ਤੇ ਗੁਰਦੁਆਰੇ ਜਾਤਾਂ ਦੇ ਆਧਾਰ ਤੇ ਬਣਾ ਛੱਡੇ। ਸਾਡੇ ਤੋਂ ਵੱਡੀ ਤਰਸਯੋਗ ਹਾਲਤ ਕਿਹਦੀ ਹੋਏਗੀ ਜੀ? ਇਹ ਮਜ਼੍ਹਬੀਆਂ ਦਾ ਗੁਰਦੁਆਰਾ ਹੈ, ਜੱਟਾਂ ਦਾ ਗੁਰਦੁਆਰਾ ਹੈ ਜੀ। ਕਈਆਂ ਪਿੰਡਾਂ ਦੇ ਵਿੱਚ ਮੜੀਆਂ ਵੱਖਰੀਆਂ ਵੱਖਰੀਆਂ ਬਣ ਗਈਆਂ, ਮਰ ਲਗੇ ਤੇ ਇੱਕ ਹੋ ਜਾਓ। ਜਿਸੇ ਬਾਣੀ 'ਚ ਵੀ ਲਿਖਿਆ, ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਦੇ। ਜਦੋਂ ਮੌਤ ਆਉਂਦੀ ਹੈ, ਉਦੋਂ ਅੱਗ ਨੇ ਰਾਜੇ ਨੂੰ ਵੀ ਉੱਦਾਂ ਸਾੜਨਾ,
ਤੇ ਜਿਹੜੀ ਉਹਦੀ ਪ੍ਰਜਾ ਦਾ ਕੋਈ ਸਧਾਰਨ ਜਿਹਾ ਬੰਦਾ ਉਹਨੂੰ ਵੀ ਉੱਦਾਂ ਹੀ ਸਾੜਨਾ। ਪਰ ਗੱਲ ਫਿਰ ਉਹ ਆ ਵੀ ਸਮਝਾਓਗੇ ਕਿਹਨੂੰ। ਅੱਜ ਇੱਕ ਫਰਕ ਪਤਾ ਕੀ ਪੈ ਰਿਹਾ, ਜਿਹੜੇ ਗ੍ਰੰਥੀ ਜਿਹੜੇ ਰਾਗੀ ਪ੍ਰਚਾਰਕ ਨੇ ਬਾਣੀ ਪੜ੍ਹੀ ਆ ਤੇ ਜਿਹੜੇ ਸੰਗਤ ਵਿੱਚੋਂ ਸਰੋਤੇ ਨੇ ਬਾਣੀ ਪੜ੍ਹੀ ਆ, ਉਹ ਪਤਾ ਕੀ ਆਂਦਾ, ਆਹ ਜਿਹੜੀ ਗੱਲ ਗ੍ਰੰਥੀ ਸਿੰਘ ਆਹ ਪ੍ਰਚਾਰਕ ਜਿਹੜੀ ਗੱਲ ਕਹਿ ਰਿਹਾ ਸਹੀ ਕਹਿ ਰਿਹਾ, ਕਿਉਂਕਿ ਮੈਂ ਬਾਣੀ 'ਚੋਂ ਇਹੋ ਪੜ੍ਹੀ ਆ। ਹੁਣ ਸਰੋਤੇ ਨੇ ਬਾਣੀ ਨਹੀਂ ਪੜ੍ਹੀ, ਜਦੋਂ ਪ੍ਰਚਾਰਕ ਰਾਗੀ ਕੋਈ ਗੱਲ ਬਾਣੀ ਦੇ ਆਧਾਰ 'ਤੇ ਸੁਣਾਉਂਦਾ, ਉਹ ਕੀ ਆਂਦਾ, ਇਹ ਪ੍ਰਚਾਰ ਗਲਤ ਕਰਦੇ ਆ। ਅੱਛਾ ਕਿਉਂ ਗਲਤ ਕਰਦੇ ਆ? ਉਹਨੂੰ ਪੁੱਛੋ ਤੂੰ ਪੜ੍ਹਿਆ ਕੁਝ? ਨਹੀਂ ਆਪਾਂ ਤਾਂ ਪਾਠ ਹੀ ਕਰਾਉਣੇ ਮਹਾਂਪੁਰਖਾਂ ਕੋਲ, ਆਪਾਂ ਪੜ੍ਹਿਆ ਤਾਂ ਕੋਈ ਹੈ ਨਹੀਂ। ਹੁਣ ਉਹ ਤੈਨੂੰ ਕਿੱਦਾਂ ਪਤਾ ਗਲਤ ਹੈ ਕਿ ਨਹੀਂ ਗਲਤ? ਸਮੱਸਿਆ ਇੱਥੇ ਆ, ਜਦੋਂ ਸਟੂਡੈਂਟ ਘਰੋਂ ਪੜ੍ਹ ਕੇ ਜਾਊ, ਜੇ ਟੀਚਰ ਮਾੜਾ ਜਿਹਾ ਵੀ ਕਿਤੇ ਲਾਈਨ ਤੋਂ ਲੱਥਣ ਲੱਗਾ, ਉਹਨੇ ਕਹਿਣਾ ਟੀਚਰ ਸਾਹਿਬਾਨ ਆਹ ਗੱਲ ਤੁਸੀਂ ਗਲਤ ਕਹੀ ਹੈ, ਮੈਂ ਇੱਦਾਂ ਪੜ੍ਹ ਕੇ ਆਇਆ। ਅਤੇ ਜਿਹੜੇ ਟੀਚਰ ਨੇ ਘਰ, ਜਿਹੜੇ ਸਟੂਡੈਂਟ ਨੇ ਘਰ ਨਾ ਪੜ੍ਹਿਆ ਹੋਇਆ, ਉਹਦੇ ਟੀਚਰ ਦੀ ਗਲਤ ਗੱਲ 'ਚ ਵੀ ਇੱਦਾਂ ਕਹੂਗਾ ਨਾ, ਇੱਦਾਂ। ਸਾਡੇ ਤਾਂ ਅੱਜ ਗੁਰਦੁਆਰਿਆਂ 'ਚ ਇਹ ਹਾਲਾਤ ਆ, ਮਨਮਤ ਸੁਣਾ ਦਿਓ ਤਾਂ ਵੀ ਸਿਰ ਵੱਜ ਜਾਂਦਾ, ਗੁਰਮਤ ਸੁਣਾ ਦਿਓ। ਉਹ ਜਿਵੇਂ ਗੱਡੀਆਂ ਦੇ ਪਿੱਛੇ ਨਹੀਂ ਰੱਖੇ ਹੁੰਦੇ ਅੱਜ ਕੱਲ੍ਹ ਕਾਰਟੂਨ ਜਿਹੇ, ਗੱਡੀ 'ਚ ਖੱਡੇ ਦੇ ਵਜੇ ਤੇ ਐਂ ਹਿੱਲੀ ਜਾਂਦੀ ਆ। ਕਈ ਵਾਰੀ ਹਾਲਾਤ ਇਹ ਬਣ ਗਿਆ ਵੀ ਬੰਦੇ ਨੂੰ ਸਮਝ ਕਦੋਂ, ਕਦੀ ਜੇ ਤੇਰਾ ਸਿਰ ਇੱਦਾਂ ਹੋਵੇ ਵੀ ਨਹੀਂ ਮੈਂ ਨਹੀਂ ਸਹਿਮਤ। ਇਹ ਉਦੋਂ ਹੋਊਗਾ ਜਦੋਂ ਥੋੜ੍ਹੀ ਬਹੁਤੀ ਗੱਲ ਆਪ ਪੜ੍ਹੀ ਵਿਚਾਰੀ ਹੋਏਗੀ। ਮਾਧੋ ਸਤ ਸੰਗਤ ਸ਼ਰਨ ਤੁਮਾਰੀ ਹਮ ਅਵਗੁਣ। ਮੈਂ ਕਾਹਦੇ ਲਈ ਗੁਰਦੁਆਰੇ ਆਉਣਾ, ਮੈਂ ਕਾਹਦੇ ਲਈ ਬਾਣੀ ਪੜ੍ਹਨੀ ਹੈ, ਮੈਂ ਕਾਹਦੇ ਲਈ, ਮੈਂ ਆਪਣੇ ਆਪ ਦੇ ਵਿੱਚੋਂ ਰੰਬਾ ਲੈ ਕੇ ਨਦੀਨ ਨੂੰ ਪੁੱਟਣਾ। ਕਾਮ ਕ੍ਰੋਧ ਦੋਏ, ਇਹਨੂੰ ਬਾਣੀ 'ਚ ਚੰਡਾਲ ਵੀ ਆਖਿਆ ਜੀ, ਕਾਮ ਕ੍ਰੋਧ ਨੂੰ। ਚੰਡਾਲ ਕੌਣ ਹੁੰਦਾ? ਜਿਹੜਾ ਫਾਂਸੀ ਦਿੰਦਾ। ਕਾਮ ਕ੍ਰੋਧ ਤਨ ਵਸੈ ਚੰਡਾਲ। ਇੱਦਾਂ ਚੰਡਾਲ ਤੁਰਿਆ ਆਉਂਦਾ ਵੇ, ਜਿਹਨੇ ਕਈਆਂ ਬੰਦਿਆਂ ਨੂੰ ਫਾਹ ਟੰਗਿਆ ਹੋਵੇ ਅਤੇ ਮਾਂ ਬਾਪ ਨੂੰ ਪਤਾ ਲੱਗ ਜੇ ਵੀ ਇਹ ਚੰਡਾਲ ਆ, ਉਹਦੇ ਪਰਛਾਵੇਂ ਤੋਂ ਵੀ ਉਹ ਡਰਦੇ ਆ ਵੀ ਕਿਤੇ ਇਹਦਾ ਪਰਛਾਵਾਂ ਸਾਡੇ ਬੱਚਿਆਂ 'ਤੇ। ਅਤੇ ਸਤਿਗੁਰੂ ਜੀ ਕਹਿੰਦੇ ਉਹ ਬੰਦਿਆ ਜਿਹੜੇ ਚੰਡਾਲ ਨਾਲ ਚੱਕੀ ਫਿਰਦਾ, ਰਾਤ ਨੂੰ ਸੌਣ ਲੱਗਿਆਂ ਵੀ ਤੇਰੇ ਅੰਦਰ, ਖਾਣ ਲੱਗਿਆਂ ਵੀ ਤੇਰੇ ਅੰਦਰ, ਤੁਰਦਿਆਂ ਫਿਰਦਿਆਂ ਵੀ ਤੇਰੇ ਅੰਦਰ, ਇਹਦੇ ਤੋਂ ਆਪਣੇ ਬੱਚੇ ਕਿਵੇਂ ਬਚਾਏਗਾ? ਕਾਮ ਕ੍ਰੋਧ ਤਨ ਵਸੈ ਚੰਡਾਲ ਤੇ ਧਾਨ ਕਰੂਪ ਰਹਾ ਕਰਤਾ। ਇਹ ਕਾਮ ਤੇ ਕ੍ਰੋਧ ਦੋ ਚੰਡਾਲ। ਹੁਣ ਤੁਸੀਂ ਕਹੋਗੇ ਕਿੱਦਾਂ ਚੰਡਾਲ? ਚੰਡਾਲ ਦੂਜਿਆਂ ਨੂੰ ਫਾਹੇ ਟੰਗਦਾ। ਇਹ ਜਦੋਂ ਚੰਡਾਲਾ, ਇਹ ਕਾਮ ਤੇ ਕ੍ਰੋਧ ਦੇ ਚੰਡਾਲ ਦਾ ਬੰਦੇ ਨੂੰ ਦੌਰਾ ਪੈਂਦਾ, ਇਹ ਆਪਣੇ ਆਪ ਨੂੰ ਆਪੇ ਫਾਹੇ ਟੰਗ ਲੈਂਦਾ। ਇਹ ਦੋਨਾਂ ਚੰਡਾਲਾਂ ਨੇ ਕਿੰਨਿਆਂ ਦੇ ਘਰ ਤਬਾਹ ਕੀਤੇ ਹੋਣਗੇ, ਸੋਚ ਕੇ ਵੇਖੋ ਤੁਸੀਂ। ਕਿੰਨਿਆਂ ਨੇ ਆਪਣੀ ਜੀਵਨ ਲੀਲਾ ਆਪੇ ਖਤਮ ਕੀਤੀ ਹੋਏਗੀ, ਕਿੰਨਿਆਂ ਨੇ ਆਪਣੀ ਜ਼ਿੰਦਗੀ ਨੂੰ ਆਪੇ ਨਰਕ ਵਿੱਚ ਧੱਕਿਆ ਹੋਏਗਾ, ਕਿਉਂਕਿ ਬੰਦੇ ਦੇ ਅੰਦਰ ਵੱਸਦੇ ਆ। ਇਹਨੂੰ ਹੁਣ ਇੱਥੇ ਨਦੀਨ ਕਹਿਤਾ, ਸਮਝਾਉਣ ਦਾ ਤਰੀਕਾ ਨਾ ਮਹਾਰਾਜ ਦਾ। ਇੱਥੇ ਕਹਿੰਦਾ ਕਾਮ ਕ੍ਰੋਧ ਦੋਏ। ਹੁਣ ਆਮ ਪੜ੍ਹਨ ਵਾਲੇ ਲੱਗਦਾ ਵੀ ਸ਼ਾਇਦ ਕਾਮ ਤੇ ਕ੍ਰੋਧ ਨੂੰ ਗੱਲ ਹੋ ਰਹੀ ਹੈ, ਦੋਏ। ਉੱਥੇ ਇਹਦਾ ਮਤਲਬ ਹੈ ਕਾਮ ਕ੍ਰੋਧ ਦੋਏ ਕਰੋ ਬਸੋਲੇ। ਬਸੋਲਾ ਕਹਿੰਦੇ ਰੰਬੇ ਨੂੰ, ਕਾਮ ਤੇ ਕ੍ਰੋਧ ਨੂੰ ਬਸੋਲੇ ਦੇ ਹਵਾਲੇ ਕਰ ਦਿਓ, ਰੰਬੇ ਦੇ ਹਵਾਲੇ ਕਰ ਦਿਓ। ਅਤੇ ਰੰਬਾ ਕੀ ਕਰਦਾ? ਘਾਹ ਪੁੱਟ ਕੇ ਪਰੇ ਮਾਰਦਾ। ਇਹਨੂੰ ਪੁੱਟ ਕੇ ਪਰਾਂ ਸੁੱਟ ਦੇ, ਤੂੰ ਸੁਖੀ ਹੋ ਜਾਣਾ। ਅਤੇ ਅੱਜ ਇਹਨੂੰ ਪੁੱਟਣ ਨੂੰ ਤਿਆਰ ਹੈਗੇ ਆ? ਬੋਲੋ ਸਾਧ ਸੰਗਤ ਜੀ। ਅੱਜ ਕਾਮ ਵਾਸ਼ਨਾਵਾਂ ਨੂੰ ਇਹਦਾ ਤੁਰਿਆ ਜਾਂਦਾ, ਇੱਦਾਂ ਔਰਤ ਤੁਰੀ ਜਾਂਦੀ ਹੋਵੇ ਅਤੇ ਉਹ 'ਚ ਵੇਖੇ ਇਹ ਮੇਰੀ ਧੀ ਵਰਗੀ ਆ, ਸੇਮ ਮੇਰੇ ਭਰਾ ਦੀ ਬੇਟੀ ਇੱਦਾਂ ਦੀ ਆ, ਬਿਲਕੁਲ ਮੇਰੀ ਭੈਣ ਵਰਗੀ ਆ, ਇਹ ਮੇਰੀ ਬਿਲਕੁਲ ਮਾਂ ਵਰਗੀ ਹੈ, ਮੇਰੀ ਤਾਈ ਦੀ ਸ਼ਕਲ ਇਹਦੇ ਵਰਗੀ ਹੈ, ਮੇਰੀ ਭੂਆ ਦੀ ਸ਼ਕਲ ਇੱਦਾਂ ਦੀ ਹੈ। ਇਹ ਫੀਲਿੰਗ ਆਉਂਦੀ ਹੈ ਔਰਤ ਨੂੰ ਮਰਦ ਵੱਲ ਵੇਖ ਕੇ, ਇਹ ਮੇਰੇ ਪੁੱਤ ਵਰਗਾ ਹੈ, ਇਹ ਮੇਰੀ ਭੈਣ ਦੇ ਬੇਟੇ ਵਰਗਾ ਹੈ, ਇਹ ਮੇਰੇ ਬਿਲਕੁਲ ਸ਼ਕਲ ਮੇਰੇ ਦਾਦੇ ਵਰਤੇ ਜਾਂਦੀ ਹੈ। ਇਹ ਕਦੋਂ ਹੋਏਗਾ? ਜਦੋਂ ਆਪਣੇ ਅੰਦਰੋਂ ਇਹ ਚੰਡਾਲਾਂ ਨੂੰ ਪੁੱਟ ਕੇ ਬਾਹਰ ਸੁੱਟੋਗੇ, ਇਸ ਨਦੀਨ ਨੂੰ ਪੁੱਟ ਕੇ ਬਾਹਰ ਸੁੱਟੋਗੇ। ਜੇ ਇਹ ਨਾ ਪੁੱਟਿਆ, ਨਦੀਨ ਨਾ ਪੁੱਟ ਕੇ ਬਾਹਰ ਸੁੱਟਿਆ, ਅਤੇ ਜੇ ਆਪਾਂ ਨਦੀਨ ਨਾ ਪੁੱਟੀਏ ਤਾਂ ਜਿੰਨਾ ਪਾਣੀ ਦੇਈਏ, ਜਿੰਨੀ ਖਾਦ ਪਾਈਏ, ਜਿੰਨੀ ਖੁਰਾਕ ਦੇਈਏ, ਉਹ ਕਿਹਨੂੰ ਲੱਗਦੀ ਜ਼ਿਆਦਾ ਭਲਾ? ਬੋਲੋ ਸਾਰੇ। ਨਦੀਨ ਨੂੰ ਲੱਗੀ ਜਾਂਦਾ ਅਤੇ ਫਸਲ ਵਿੱਚ ਲੁਕ ਜਾਂਦੀ ਆ। ਇੱਥੇ ਨਦੀਨ ਕੀ ਆ? ਉਗਣ। ਅਤੇ ਤਾਂ ਹੀ ਸਤਿਗੁਰੂ ਜੀ ਕਹਿੰਦੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ। ਅੰਦਰ ਗੁਮਾਨ ਟਿਕਾਈ ਬੈਠਾ, ਇਹ ਖਾਦ ਪਾਈ ਜਾਣਾ, ਕੰਮ ਉਲਟਾ ਹੋਈ ਜਾਂਦਾ। ਹੰਕਾਰ ਘਟਣ ਦੀ ਬਜਾਏ ਹੰਕਾਰ। ਅੱਛਾ ਜਦੋਂ ਕੋਈ ਚਾਰ ਛਿੱਲਣ ਨਾ, ਉਹਦਾ ਹੰਕਾਰ ਤਾਂ ਕਦੀ ਮੁੱਕ ਵੀ ਸਕਦਾ। ਉਹ ਦੁਹਾਈ ਰੱਬ ਦੀ, ਜਿਹਨੂੰ ਧਰਮੀ ਹੋਣ ਦਾ ਹੰਕਾਰ ਹੋ ਗਿਆ, ਫੱਟੇ 'ਤੇ ਲੰਮੇ ਪੈਣ ਤੱਕ ਜਾਣਾ ਜੇ ਨਾਲ। ਕਿਉਂਕਿ ਇਹ ਗੱਲ ਉਹਨੂੰ ਕਦੀ ਸਮਝ ਹੀ ਨਹੀਂ ਆਉਣੀ ਕਿ ਮੇਰੇ ਨਾਲੋਂ ਕੋਈ ਹੋਰ ਵੀ ਇਹ ਵੱਡਾ ਹੋ ਸਕਦਾ। ਕਿਉਂਕਿ ਇਹ ਫੀਲਿੰਗਾਂ ਬੰਦੇ ਦੇ ਅੰਦਰ ਕਿ ਮੇਰੇ ਨਾਲੋਂ ਵੱਡਾ ਧਰਮੀ ਦੁਨੀਆ 'ਤੇ ਹੈ ਕੋਈ? ਹੈ ਹੀ ਨਹੀਂ ਕੋਈ ਧਰਮੀ। ਮੈਂ ਜੋ ਧਰਮ ਦਾ ਕਰਮ ਕੀਤਾ ਦੂਜਾ ਕਰ ਹੀ ਨਹੀਂ ਸਕਦਾ। ਇਹਨੇ ਤੇਰਾ ਨਦੀਨ ਵਧਾ ਦਿੱਤਾ।
ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤੀ ਬਿਨਾਂ ਗੁਣਾਂ ਤੋਂ ਹੋ ਹੀ ਨਹੀਂ ਸਕਦੀ, ਗੁਣ ਹੀ ਭਗਤੀ ਆ। ਜ਼ਿੰਦਗੀ 'ਚ ਗੁਣ ਧਾਰਨ ਕਰ ਲਓ, ਇਹ ਤੋਂ ਵੱਡੀ ਇਬਾਦਤ ਹੀ ਕੋਈ ਨਹੀਂ। ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਸਾਰੇ ਬੋਲੋ, ਹਮ ਅਵਗਣ ਤੁਮ ਉਪਕਾਰੀ। ਅਸੀਂ ਅਵਗਣ ਵਾਲੇ ਆ, ਤੁਸੀਂ ਉਪਕਾਰੀ ਹੋ। ਤੁਸੀਂ ਉਪਕਾਰ ਦਾ ਅਰਥ ਪਤਾ ਕੀ ਹੁੰਦਾ? ਭਲਾਈ ਕਰਨੀ, ਕਿਸੇ ਦੀ ਭਲਾ ਕਰਨਾ। ਜਦੋਂ ਭਲਾ ਕਰਨਾ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰੋ। ਜਿਹੜਾ ਕਹਿੰਦਾ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣਾ, ਇਹ ਕਿੱਥੋਂ ਸ਼ੁਰੂ ਕਰਨਾ ਜੀ ਭਲਾ? ਆਪਾਂ ਆਪਣੇ ਆਪ ਤੋਂ। ਤੇ ਆਪਣੇ ਆਪ ਦਾ ਭਲਾ ਕਰਨ ਦਾ ਕੀ ਅਰਥ ਆ? ਆਪਣੀ ਬੁਰਾਈ ਨਾਲ ਰੋਜ਼ ਲੜ। ਜੋ ਜਨ ਲੂਝੈ ਮਨੇ ਸਿਉ, ਆ ਤੁਕ ਨੋਟ ਕਰ ਲਓ, ਜੋ ਜਨ ਲੂਝੈ ਮਨੇ ਸਿਉ ਸੇ ਪੂਰੇ ਪ੍ਰਧਾਨਾ। ਆ ਜੇ ਪ੍ਰਧਾਨ ਜਿਹਨੂੰ ਆਪਣੇ ਆਪ ਨਾਲ ਲੜਨਾ ਆਉਂਦਾ। ਐਦਾਂ ਸਾਹਮਣੇ ਤੁਹਾਡੇ ਜਲੇਬਾਂ ਦੀ ਪਲੇਟ ਪਈ ਆ, ਗਜਰੇਲਾ ਪਿਆ ਵਾ, ਡਾਕਟਰ ਨੇ ਕਹਤਾ ਮਿੱਠਾ ਜ਼ਹਿਰ ਆ, ਤੇਰੇ ਗਾੜੀ ਇੱਦਾਂ ਪਲੇਟ ਵੀ ਘੁਮਾਉਣ ਵੀ ਖਾਓ ਜੀ, ਤੁਸੀਂ ਕੀ ਕਹੋ? ਨਾ ਜੀ, ਮੈਂ ਇਹ ਚੀਜ਼ ਨਹੀਂ ਖਾਂਦਾ, ਕਿਉਂਕਿ ਮੈਨੂੰ ਪਤਾ ਲੱਗ ਗਿਆ ਮੇਰੇ ਲਈ ਹੋਣੇ। ਉੱਚੀ ਬੋਲੋ ਜੀ। ਤੇ ਕਈ ਵੇਖਿਆ ਤੁਸੀਂ ਖਵਾਉਣ ਲੱਗਿਆ ਕਰਨਗੇ, ਖਾ ਲਾ ਕੁਝ ਨਹੀਂ ਹੁੰਦਾ। ਬੋਲੋ, ਖਾ ਲਾ। ਉਹਨੂੰ ਇੱਦਾਂ ਕਿਹਾ ਕਰੋ, ਕੁਝ ਨਹੀਂ ਹੋਣਾ ਭਰਾਵਾ, ਤੁਸੀਂ ਤੇ ਲੋਈ ਲੈ ਕੇ ਆਉਣਾ ਬਾਅਦ 'ਚ। ਪਤਾ ਨਹੀਂ ਹੁਣ ਇੱਥੇ ਪਾਉਂਦੇ ਕਿ ਨਹੀਂ ਪਾਉਂਦੇ, ਇੰਡੀਆ ਦੇ ਪਾਉਂਦੇ ਆ। ਅੱਗੇ ਕਹਿ ਦਿਆ ਕਰੋ, ਭਾਈ ਸਾਨੂੰ ਪਤਾ ਕੁਛ ਨਹੀਂ ਹੋਣਾ, ਤੁਹਾਂ ਇੱਕ ਅੱਧੀ ਲੋਈ ਘਰ ਰੱਖੀ ਹੋਣੀ ਆ, ਲੈ ਕੇ ਤੁਰ ਪੈਣਾ ਵੀ ਚਲੋ ਤਾਏ ਦਾ ਸੁਨੇਹਾ ਆ ਗਿਆ, ਜ਼ਿਆਦਾ ਛਕ ਛਕਾ ਲਿਆ ਉਹਨੇ, ਉੱਤੇ ਲੋਈ ਪਾਈਏ। ਹੋਣਾ ਕੀ ਆ ਭਾਈ? ਸਭ ਤੋਂ ਪਹਿਲਾਂ ਨਿੱਕੀ ਨਿੱਕੀ ਗੱਲ 'ਤੇ ਜਿੱਦਣ ਅਸੀਂ ਆਪਣੇ ਆਪ ਨਾਲ ਲੜਨਾ ਸ਼ੁਰੂ ਕਰਤਾ, ਆਪਣੇ ਆਪ ਨਾਲ। ਹੁਣ ਲਾਲਚ ਕਹਿੰਦਾ ਭਰਾ ਨਾਲ ਠੱਗੀ ਮਾਰ, ਭਰਾ ਨਾਲ ਲੜਨਾ ਕਿ ਲਾਲਚ ਨਾਲ? ਤੇ ਆਪਾਂ ਕਿਹਦੇ ਨਾਲ ਲੜਦੇ ਭਲਾ? ਬੜੇ ਇਮਾਨਦਾਰ, ਛੇਤੀ ਮੰਨ ਜਾਂਦੇ ਆਪਾਂ ਭਰਾ ਨਾਲ ਲੜ ਪਏ ਨੇ, ਲਾਲਚ ਨਾਲ ਨਹੀਂ ਲੜਦੇ। ਲੜਨਾ ਲਾਲਚ ਨਾਲ ਵਾ। ਜੇ ਮੈਂ ਲਾਲਚ ਨਾਲ ਲੜਾਂਗਾ ਤੇ ਭਰਾ ਨਾਲ ਜੱਫੀ ਪਈ ਰਹਿਣੀ ਆ। ਜੇ ਮੈਂ ਭਰਾ ਨਾਲ ਲੜ ਪਿਆ ਤੇ ਲਾਲ ਚਾਹੁੰਦਾ ਆ ਜਾ ਮੇਰੇ ਬਦਲੇ ਭਰਾ ਛੱਡਿਆ ਹੀ ਨਾ, ਸੌਣ ਤੈਨੂੰ ਮੈਂ ਵੀ ਨਹੀਂ ਦੇਣਾ ਘਰ 'ਚ, ਤੂੰ ਮੇਰੇ ਬਦਲੇ ਭਰਾ ਛੱਡਿਆ। ਮਾਰਿਓ ਧਿਆਨ ਆਪਣੇ ਚੁਗਰ ਦੇ, ਜਿਨ੍ਹਾਂ ਲੋਕਾਂ ਲਾਲਚਾਂ ਦੇ ਪਿੱਛੇ ਸਕਿਆਂ ਭਰਾਵਾਂ ਨਾਲ ਠੱਗੀਆਂ ਮਾਰੀਆਂ, ਉਹਨਾਂ ਦਾ ਮਾਨਸਿਕ ਤਣਾਅ ਜ਼ਰੂਰ ਵੇਖਿਓ। ਉਹ ਖਿਜੇ ਮਹਿਸੂਸ ਕਰਨਗੇ, ਤੁਹਾਨੂੰ ਅਪਸੈਟ, ਆਵਾਜ਼ਾਰ। ਲੜਨਾ ਆਪਣੇ ਆਪ ਨਾਲ ਸੀਦਾ। ਹਮ ਅਵਗੁਣ ਤੁਮ ਉਪਕਾਰੀ, ਤੁਮ ਚੰਦਨ ਹਮ ਅਰਿੰਡ ਵਾਪਰੇ। ਮਹਾਰਾਜ ਤੁਸੀਂ ਚੰਦਨ ਹੋ, ਅਸੀਂ ਹਰਿੰਡ ਦੇ ਨਿੱਕੇ ਜਿਹੇ ਬੂਟੇ ਆ। ਤੁਸੀਂ ਚੰਦਨ ਹੋ। ਤੇ ਚੰਦਨ ਦੀ ਖਾਸੀਅਤ ਕੀ ਭਲਾ? ਚੰਦਨ ਦੇ ਲਾਗੇ ਜਿੰਨੀ ਬਰਸਪਤੀ ਹੋ ਨਾ, ਉਹਨੂੰ ਵੀ ਸੁਗੰਧੀ ਭਰ ਦਿੰਦਾ। ਕਬੀਰ ਚੰਦਨ ਕਾ ਵਿਰਵਾ ਭਲਾ, ਬੇੜਿਓਂ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਹੈ ਛੋਟਾ ਪਰ ਉਹਦੀ ਉਦਾਹਰਨ ਦਿੱਤੀ ਬਾਣੀ 'ਚ। ਬੜੇ ਦਰਖਤ ਹੋਰ ਵੀ ਹੈਗੇ ਆ, ਪਰ ਚੰਦਨ ਦਾ ਨਾਂ ਕਿਉਂ ਲਿਆ? ਕਿਉਂਕਿ ਚੰਦਨ ਦੀ ਇੱਕ ਖਾਸੀਅਤ ਆ, ਜੇ ਉਹਦੇ ਵਿੱਚ ਸੁਗੰਧੀ ਆ, ਉਹਦੇ ਚੁਗਰ ਦੇ ਜਿੰਨੀ ਬਨਸਪਤੀ ਉਗੀ ਉਹਦੇ ਵਿੱਚ ਵੀ ਸੁਗੰਧੀ ਭਰ ਦਿੰਦਾ। ਉਹਨੂੰ ਖੁਸ਼ਬੂ ਨਾਲ, ਜਿਵੇਂ ਗੁਲਾਬ ਦਾ ਅਸਰ ਮਿੱਟੀ 'ਤੇ ਹੋਇਆ। ਹੁਣ ਆਪਾਂ ਚੰਦਨ ਮੰਨ ਜਾਈਏ, ਜਿਹੜਾ ਤੁਹਾਡੇ ਕੋਲ ਬਵੇ, ਮਾੜੀ ਮੋੜ ਜੇ ਬੇਈਮਾਨੀ ਠੱਗੀ ਉਹਨੇ ਕੀਤੀ ਵੀ ਤੁਹਾਡੇ ਕੋਲ ਬਹਿ ਕੇ ਉਹਨੂੰ ਕਹਾ ਛੱਡ ਯਾਰ, ਇਹ 'ਚੋਂ ਕੀ ਮਿਲਣਾ। ਮੈਂ ਐਗਜ਼ਾਮਪਲ ਦਿੰਦਾ ਹੁੰਦਾ, ਘਰੋਂ ਇੱਕ ਨੌਜਵਾਨ ਮਾਂ ਬਾਪ ਭੈਣ ਭਰਾ ਪਤਨੀ ਨਾਲ ਬੱਚਿਆਂ ਨਾਲ ਲੜ ਕੇ ਗਿਆ, ਖਿੱਚ ਕੇ ਗਿਆ, ਤੇ ਆਪਣੇ ਦੋਸਤ ਨੂੰ ਜਾ ਕੇ ਆਪਣੇ ਅੰਦਰ ਦੀ ਗੱਲ ਦੱਸੀ, ਅੱਜ ਮਾਂ ਨਾਲ ਲੜਿਆ, ਪਿਤਾ ਨਾਲ ਲੜਿਆ। ਤੇ ਉਹਨੇ ਅੱਗੇ ਸਮਝਾਇਆ, ਉਹ ਬੰਦਿਆ ਮਾਂ ਬਾਪ ਨਾਲ ਲੜੀਦਾ ਨਹੀਂ ਹੁੰਦਾ। ਐ ਠੰਡਾ ਕਰਕੇ ਨਾ ਉਹਨੇ ਉਹਨੂੰ, ਤੇ ਉਹਨੂੰ ਘਰ ਤੋਰਤਾ। ਤੇ ਜਾਂਦਿਆਂ ਉਹਨੇ ਸਾਰੇ ਪਰਿਵਾਰ ਨੂੰ ਸੌਰੀ ਕਿਹਾ, ਤੇ ਪਰਿਵਾਰ ਹੱਸਦਾ ਸ਼ਾਮਾਂ ਨੂੰ ਇਕੱਠੇ ਬਹਿ ਕੇ ਰੋਟੀ ਖਾਧੀ। ਇੱਕ ਦੂਜਾ ਬੰਦਾ ਲੜ ਕੇ ਗਿਆ, ਉਹਨੇ ਉਸ ਦੋਸਤ ਕੋਲ ਗੱਲ ਕੀਤੀ, ਮੇਰੇ ਮਾਂ ਬਾਪ ਨੇ ਮੈਨੂੰ ਤੰਗ ਕੀਤਾ, ਮੈਂ ਅੱਜ ਲੜ ਕੇ ਆਇਆ। ਤੇ ਉਹ ਅੱਗਿਓਂ ਕੀ ਕਹਿੰਦਾ ਮਾਂ ਬਾਪ ਨਹੀਂ ਕਿਸੇ ਦੇ ਬਣਦੇ ਹੁੰਦੇ ਭਾਊ, ਕਿਉਂਕਿ ਉਹਦੇ ਨਹੀਂ ਸੀ ਨਾ ਬਣਦੇ, ਬਲਕਿ ਉਹ ਮਾਂ ਬਾਪ ਦਾ ਨਹੀਂ ਬਣਿਆ, ਉਹਨੇ ਬਲਦੀ ਤੇ ਹੋਰ ਤੇਲ ਪਾਇਆ। ਓਏ ਭਰਾਵਾ, ਟੱਬਰ ਨਹੀਂ ਕਿਸੇ ਦਾ ਬਣਦਾ, ਜਿੰਨਾ ਮਰਜ਼ੀ ਖਵਾਈ ਜਾਓ। ਉਹਨੇ ਰਾਤ ਨੂੰ ਆਪਣੇ ਕੋਲ ਰੱਖਿਆ, ਨਾਲੇ ਖਵਾਇਆ ਪਿਆਇਆ। ਤੇ ਉਹਨੂੰ ਕੀ ਲੱਗਾ, ਆਹ ਵਾ ਮੇਰਾ ਦੋਸਤ। ਕੀ ਲੱਗਾ ਉਹਨੂੰ ਜੀ? ਹਾਂ, ਮੇਰਾ ਦੋਸਤ।
ਵੇਖਿਆ ਆਹ ਪਿਆਰ ਤਾਂ ਮੈਨੂੰ ਕਦੀ ਪਿਓ ਕੋਲੋਂ ਨਹੀਂ ਮਿਲਿਆ, ਮਾਂ ਕੋਲੋਂ, ਜਿਹੜਾ ਮੇਰੇ ਦੋਸਤ ਨੇ ਦਿੱਤਾ, ਬਲਕਿ ਉਹ ਤੈਨੂੰ ਤੇਰੇ ਘਰ ਨੂੰ ਤਬਾਹ ਕਰਨਾ ਚਾਹੁੰਦਾ, ਤੇਰੇ ਘਰ ਨੂੰ ਬਰਬਾਦ ਕਰਨਾ ਚਾਹੁੰਦਾ ਸੀ। ਉਹਨੇ ਤੇਰੀ ਗਲਤੀ ਨੂੰ ਵੀ ਗੁਣ ਬਣਾ ਕੇ ਪੇਸ਼ ਕੀਤਾ। ਜਿਹੜਾ ਦੂਜਾ ਸੀ ਉਹਨੇ ਆਖਿਆ ਨਾ ਨਾ ਨਾ, ਤੂੰ ਗਲਤ ਆ ਭਾਈ, ਜਾ ਕੇ ਘਰ ਬਚਾ ਲਾ ਆਪਣਾ, ਸੌਰੀ ਕਹਿ ਦੇ, ਕੋਈ ਗੱਲ ਨਹੀਂ। ਪਰਿਵਾਰ ਦੁਬਾਰਾ ਨਹੀਂ ਮਿਲਦੇ ਹੁੰਦੇ। ਸੋਚੋ ਸਮਾਜ ਵਿੱਚ ਕਿੰਨੇ % ਲੋਕ ਇੱਦਾਂ ਦੇ ਆ, ਜਿਹਦੇ ਕੋਲ ਜਾ ਕੇ ਦੁੱਖ ਦੱਸੋ ਤਾਂ ਤੁਹਾਨੂੰ ਫੇਰ ਮੋੜ ਕੇ ਘਰ ਨੂੰ ਤੋਰੇ। ਬਾਣੀ 'ਚ ਆਖਿਆ ਜੇ ਮਿੱਤਰ ਵੀ ਬਣਾਉਣਾ ਸੋਚ ਸਮਝ ਕੇ ਬਣਾਈ ਵੀ ਤੈਨੂੰ ਚੰਗੀ ਮੱਤ ਦੇਵੇ, ਤੇ ਤਾਂ ਹੀ ਉਹ ਬਾਣੀ 'ਚ ਆਖਿਆ ਵੀ ਮਿੱਤਰ ਬਣਾ ਇਹੋ ਜਿਹਾ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਜਿਸ ਪਾਸ ਬੈਠੇ ਆ ਸਭਨਾਂ ਦਾ ਵੇਸਾ। ਤੁਮ ਚੰਦਨ, ਤੁਸੀਂ ਚੰਦਨ ਹੋ, ਹਮ ਅਰਿੰਡ ਵਾਪਰੇ ਵਿਚਾਰੇ, ਸੰਗ ਤੁਮਾਰੇ ਵਾਸਾ। ਹੁਣ ਸਾਡਾ ਵਾਸਾ ਤੁਹਾਡੇ ਨਾਲ ਹੋ ਗਿਆ, ਤੇ ਨੀਚ ਰੂਖ ਤੇ ਊਚ ਪਏ ਹੈ। ਹੈਗਾ ਰੁੱਖ ਨੀਵਾਂ ਸੀ, ਪਰ ਬਾਪੂ ਤੁਹਾਡਾ ਸੰਗ ਕਰ ਲਿਆ, ਹੁਣ ਅਸੀਂ ਵੀ ਉੱਚੇ ਹੋ ਗਏ ਹਾਂ। ਹੁਣ ਸਾਡਾ ਵੀ ਮੁੱਲ ਪੈ ਗਿਆ, ਅਸੀਂ ਵੀ ਮਹਿੰਗੇ ਹੋ ਗਏ ਹਾਂ। ਸਕੂਲੇ ਜਾਣ ਤੋਂ ਪਹਿਲਾਂ ਇੱਕ ਵਿਦਿਆਰਥੀ ਨਾਲ ਵਿਤਕਰਾ ਕੀਤਾ ਜਾਂਦਾ ਸੀ, ਜਦੋਂ ਅਗਲਾ ਪੜ੍ਹ ਲਿਖ ਕੇ ਜੱਜ ਬਣ ਗਿਆ, ਅਗਲਾ ਹੋਇਆ ਕਿ ਨਹੀਂ ਉੱਚਾ। ਫਿਰ ਮਿਲਣ ਲਈ ਅਗਲੇ ਟਾਈਮ ਮੰਗਦੇ ਨਹੀਂ ਉਹਦੇ ਕੋਲੋਂ, ਕਿਉਂ? ਕਿਉਂਕਿ ਅਗਲੇ ਨੇ ਆਪਣੇ ਆਪ ਨੂੰ ਮਹਿੰਗਾ ਕਰ ਲਿਆ। ਜਿਨ੍ਹਾਂ ਦੀ ਅਸੀਂ ਗੋਦ ਵਿੱਚ ਬੈਠੇ ਹਾਂ, ਪੜ੍ਹੋ ਕਿੰਨੇ ਭਗਤਾਂ ਦੀ ਬਾਣੀ, ਕਿਹੜੇ ਘਰਾਣੇ 'ਚ ਪੈਦਾ ਹੋਏ ਸੀ ਉਹ, ਕਿੱਦਾਂ ਉਹਨਾਂ ਨੇ ਗੁਰਮਤਿ ਉਪਦੇਸ਼ ਆਪਣੀ ਜ਼ਿੰਦਗੀ ਵਿੱਚ ਲੈ ਕੇ ਧਾਰਨ ਕੀਤੀ, ਕਿੱਥੋਂ ਕਿੱਥੇ ਪਹੁੰਚ ਗਏ। ਤੁਮ ਚੰਦਨ ਹਮ ਅਰਿੰਡ ਬਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭਏ ਹੈ। ਅਸੀਂ ਨੀਵੇਂ ਰੁੱਖ ਤੋਂ ਉੱਚੇ ਹੋ ਗਏ ਹਾਂ। ਗੰਧ ਸੁਗੰਧ ਨਿਵਾਸਾ, ਸਾਡੇ ਵਿੱਚ ਵੀ ਹੁਣ ਤੁਹਾਡੀ ਸੁਗੰਧੀ ਆ ਗਈ ਗੁਣਾਂ ਦੀ। ਮਾਧੋ ਸਤ ਸੰਗਤ ਸ਼ਰਨ ਇਹ ਰਹਾਉ ਦਾ ਬੰਦਾ। ਇੱਕ ਇੱਕ ਸ਼ਬਦ ਵੀ ਆਪਣੇ ਪਰਿਵਾਰਾਂ 'ਚ ਵਿਚਾਰਨਾ ਸ਼ੁਰੂ ਕਰ ਦਈਏ, ਇੱਕ ਇੱਕ। ਅਸੀਂ ਕਿਹੜੀ ਲਾਈਨ 'ਚ ਪੈ ਗਏ? ਸੰਪਟ ਪਾਠ, ਇਕੋਤਰੀਆਂ, 20 30 ਅਖੰਡ ਪਾਠਾਂ ਦੀਆਂ ਲੜੀਆਂ ਇਕੱਠੀਆਂ, ਤੇ ਸਾਨੂੰ ਇਹ ਲੱਗਦਾ ਸ਼ਾਇਦ ਆਹ ਪਾਠ ਕਰਾਉਣ ਨਾਲ ਸਰਬੱਤ ਦਾ ਭਲਾ ਹੋ ਜਾਣਾ। ਬਾਣੀ ਆ ਪੜ੍ਹਨੀ ਸੀ, ਬਿਨ ਖਾਏ ਬੂਝੇ ਨਹੀਂ ਭੂਖ। ਜੇ ਪੁੱਤ ਨੂੰ ਭੁੱਖ ਲੱਗੀ, ਪੁੱਤ ਖਾਏਗਾ ਤੇ ਭੁੱਖ ਮਿਟੇਗੀ। ਮਾਂ ਨੂੰ ਭੁੱਖ ਲੱਗੀ ਹੈ ਤੇ ਮਾਂ ਖਾਏਗੀ ਤੇ ਭੁੱਖ ਮਿਟੇਗੀ। ਬਿਨ ਖਾਏ ਬੂਝੇ ਨਹੀਂ ਭੂਖ, ਰੋਗ ਜਾਏ ਤਾਂ ਉਤਰੇ ਦੁੱਖ। ਜਿਹਨੂੰ ਭੁੱਖ ਲੱਗੀ ਉਹ ਰੋਟੀ ਖਾਏਗਾ ਤੇ ਭੁੱਖ ਮਿਟੇਗੀ। ਦੂਜੇ ਦੇ ਰੋਟੀ ਖਾਇਆ, ਦੂਜੇ ਦੇ ਪਾਣੀ ਪੀਆਂ, ਪਿਆਸ ਮੇਰੀ ਨਹੀਂ ਬੁਝੇਗੀ। ਜਦੋਂ ਸਾਨੂੰ ਆਪ ਸਮਝ ਆ ਗਈ, ਆਪ ਅਸੀਂ ਇੱਦਾਂ ਥੋੜ੍ਹੀ ਥੋੜ੍ਹੀ, ਜਿਸ ਗੁਰਬਾਣੀ ਨੇ ਸਾਡੇ ਮਨ ਤੋਂ ਬੋਝ ਲਾਉਣਾ ਸੀ, ਬਹੁਤਿਆਂ ਨੇ ਬਾਣੀ ਨੂੰ ਬੋਝ ਬਣਾ ਲਿਆ। ਜਦੋਂ ਸਾਨੂੰ ਸਰੋਤੇ ਇੱਦਾਂ ਦੇ ਸਵਾਲ ਕਰਦੇ ਆ ਨਾ, ਮੈਂ ਸਹਿਜ ਪਾਠ ਕਰੂੰ ਤੇ ਬੜਾ ਜੀ ਕਰਦਾ, ਪਰ ਮੈਂ ਇੱਕ ਥਾਂ 'ਤੇ ਨਾ ਰਹਿੰਦਾ, ਮੈਂ ਕਦੀ ਕਿਤੇ ਜਾਣਾ ਕਦੀ ਕਿਤੇ ਜਾਣਾ। ਮੈਂ ਪੁੱਛਿਆ ਇਹ ਕੀ ਵਹਿਮ ਹੈ? ਕਹਿੰਦਾ ਜੀ ਮੈਂ ਸਹਿਜ ਪਾਠ ਮੰਨ ਲਓ ਇਹ ਸ਼ਹਿਰ ਆਰੰਭ ਕੀਤਾ ਤੇ ਸਮਾਪਤੀ ਫਿਰ ਇੱਥੇ ਕਰਨੀ ਪਊ ਆਣ ਕੇ। ਉਦੋਂ ਸਮਝ ਆਉਂਦਾ ਤੁਸੀਂ ਇੱਥੇ ਅਮਰੀਕਾ ਵਿੱਚ ਜੇ ਇੱਥੇ ਸਹਿਜ ਪਾਠ ਆਰੰਭ ਕਰੋ, ਮੰਨ ਲਓ ਹੋਰ 2 ਮਹੀਨਾ ਤੁਸੀਂ ਇੰਡੀਆ ਜਾਣਾ, ਭੋਗ ਜਾ ਕੇ ਉੱਥੇ ਪਾ ਦਿਓ। ਕੋਈ ਵਹਿਮ ਨਹੀਂ। ਜਿਹੜੀ ਗੁਰਬਾਣੀ ਸਾਨੂੰ ਵਹਿਮਾਂ 'ਚੋਂ ਬਾਹਰ ਕੱਢਦੀ ਸੀ, ਸਾਨੂੰ ਅਗਲਿਆਂ ਡਰਾਤਾ ਵੀ ਕਿਤੇ ਇਹ ਬਾਣੀ ਖੁਦ ਪੜ੍ਹਨ ਤੇ ਵਿਚਾਰਨ ਨਾ ਲੱਗ ਪੈਣ। ਜੇ ਨਾ ਆਪ ਬਾਣੀ ਪੜ੍ਹ ਲਈ, ਆਪ ਗੁਰਬਾਣੀ ਨੂੰ ਸਮਝਣ ਲੱਗ ਪਏ, ਤੇ ਫਿਰ ਇਹਨਾਂ ਸਾਡੇ ਪੈਰਾਂ 'ਤੇ ਮੱਥਾ ਟੇਕਣਾ, ਬੋਲੋ ਜੀ, ਬੰਦ ਕਰ ਦੇਣਾ। ਇੱਦਾਂ ਕਹਿਣਗੇ ਚਰਨ ਪਾਓ ਜੀ ਸਾਡੇ ਘਰ, ਚਰਨ ਪਾਓ ਜੀ। ਇੱਦਾਂ ਮੈਂ ਤਾਂ ਸਟੇਜਾਂ 'ਤੇ ਉੱਥੇ ਅਕਸਰ ਗੱਲ ਕਹੀ, ਮੈਂ ਕਿਹਾ ਲੋਕ ਆਂਦੇ ਬਾਬੇ ਭੋਰਿਆਂ 'ਚ ਬਹਿੰਦੇ ਆ, ਪਤਾ ਨਹੀਂ ਭੋਰਿਆਂ 'ਚੋਂ ਬਹਿ ਕੇ ਕਿਸੇ ਨੂੰ ਕੁਝ ਮਿਲਿਆ ਕਿ ਨਹੀਂ ਮਿਲਿਆ, ਪਰ ਸਾਡਿਆਂ ਬਜ਼ੁਰਗਾਂ ਨੇ, ਸਾਡੀਆਂ ਮਾਵਾਂ ਨੇ 1 ਸਾਲ 13 ਦਿਨ ਉੱਥੇ ਤਪੱਸਿਆ ਕਰਕੇ 3 ਕਾਲੇ ਕਾਨੂੰਨ ਜ਼ਰੂਰ ਵਾਪਸ ਕਰਾ ਦਿੱਤੇ ਆ। ਤੇ ਇਹ ਗੱਲ ਅੱਖੀਂ ਵੇਖਣ ਦੀ ਗੱਲ ਹੈ। ਮੇਰਠ ਦੇ 2 ਵਿਦਿਆਰਥੀ ਸੀ, ਬੱਚਾ ਤੇ ਬੇਟਾ ਬੇਟੀ ਦੋਨੋਂ। ਜਦੋਂ ਪਹਿਲੇ ਦਿਨ ਉਸ ਅੰਦੋਲਨ, ਵੀਡੀਓ ਵੀ ਬਹੁਤ ਵਾਇਰਲ ਹੋਈ ਸੀ, ਤੇ ਉਹ ਮੇਰਠ ਦੀ ਬੱਚੀ, ਹਿੰਦੂ ਪਰਿਵਾਰ ਦੀ ਬੱਚੀ, ਆਪਣੇ ਭਰਾ ਨੂੰ ਕਹਿੰਦੀ ਹੈ ਆਪਾਂ ਚਾਹ ਬਣਾ ਕੇ ਲੈ ਕੇ ਜਾਈਏ। ਜੱਗ ਉਹਨਾਂ ਚਾਹ ਬਣਾਈ ਤੇ ਇੱਦਾਂ ਜਿਹੜੀ ਟਰਾਲੀ ਬਜ਼ੁਰਗ ਬੈਠੇ ਉਹਨਾਂ ਨੂੰ ਚਾਹ ਪਿਆਈ ਇੱਦਾਂ। ਤੇ ਬਜ਼ੁਰਗਾਂ ਦੇ ਆਪਣੇ, ਤੁਹਾਨੂੰ ਪਤਾ ਆਪਣੇ ਬਜ਼ੁਰਗਾਂ ਦੀ ਇਹ ਸੋਚ ਵਿੱਚ ਬੜੀ ਤਗੜੀ ਗੱਲ ਹੈ। ਤੇ ਆਪਣੇ ਬਜ਼ੁਰਗਾਂ ਨੇ ਉਸ ਧੀ ਦੇ ਸਿਰ 'ਤੇ ਹੱਥ ਰੱਖ ਕੇ ਨਾ ਇੱਦਾਂ 100 ਰੁਪਈਆ ਜੇਬ 'ਚੋਂ ਕੱਢ ਕੇ ਉਹਨੂੰ ਦਿੱਤਾ ਵੀ ਲੈ ਧੀਏ। ਤੇ ਉਹ ਧੀ ਦੇ ਅੱਖਾਂ 'ਚੋਂ ਅਥਰੂ ਆ ਗਏ। ਆਉਂਦੀ ਬਾਪੂ ਮੈਨੂੰ ਪੈਸੇ ਨਹੀਂ ਚਾਹੀਦੇ, ਮੈਨੂੰ ਤੁਹਾਡਾ ਪਿਆਰ ਚਾਹੀਦਾ, ਅਰਦਾਸ ਕਰੋ ਕਿ ਮੈਂ ਵਿਦਿਆ ਵਿੱਚ ਨਿਪੁੰਨ ਹੋ ਸਕਾਂ। ਉਸ ਧੀ ਨੇ ਉਸ
ਅੱਡੀਆਂ ਪਾਟੀਆਂ ਵਾਲੇ ਬਜ਼ੁਰਗ ਵਿੱਚੋਂ ਵੀ ਰੱਬ ਵੇਖ ਲਿਆ, ਸੰਤ ਵੇਖ ਲਿਆ, ਤੇ ਅਸੀਂ ਕਿੰਨਾ 'ਚ ਵਹਿੰਦੇ ਫਿਰਦੇ ਹਾਂ ਜੀ, ਜਿਹੜੇ ਪਾਣੀ ਵੀ ਆਪਣੇ ਹੱਥ ਨਾਲ, ਉੱਚੀ ਬੋਲੋ ਜੀ, ਜਿਨ੍ਹਾਂ ਨੂੰ ਫੜ ਕੇ ਸਟੇਜ 'ਤੇ ਚੜਾਉਣਾ ਪੈਂਦਾ ਤੇ ਫੜ ਕੇ ਸਟੇਜ ਤੋਂ ਲਾਉਣਾ ਪੈਂਦਾ। ਕਈਆਂ ਨੇ ਤਾਂ ਵੇਖਿਆ ਤੁਸੀਂ ਬਾਬਿਆਂ ਦਾ ਪੱਲਾ ਫੜਿਆ ਹੁੰਦਾ ਅੱਗੇ ਨਾਲ, ਜਿਵੇਂ ਅੰਨਾ ਹੁੰਦਾ ਵੀ ਇਹਨੂੰ ਦਿਖਣਾ ਦੀ ਗਾੜੀ। 2 ਮਿੰਟ ਸੋਚ ਕੇ ਵੇਖੋ, ਜੇ ਗੁਰੂ ਸਾਹਿਬ ਵੇਲੇ ਇੱਦਾਂ ਦੇ ਪਖੰਡੀ ਹੁੰਦੇ ਤੇ ਗੁਰੂ ਸਾਹਿਬ ਅੱਗੇ ਤੁਰ ਪਾਉਂਦੇ, ਇੱਕ ਵੀ ਕਦਮ ਅੱਗੇ ਪੁੱਟ ਪਾਉਂਦੇ? ਗੁਰੂ ਸਾਹਿਬ ਜੀ ਨੇ ਜੋ ਅਦਬ ਸਤਿਕਾਰ, ਉਹ ਅਦਬ ਸਤਿਕਾਰ ਘਰਾਂ ਹੀ ਤੇ ਅਸੀਂ ਸਾਡੇ ਕੋਲ ਦੇ ਨਹੀਂ ਦਿੱਤਾ ਜਾਂਦਾ। ਘਰ 'ਚ ਮਾਂ ਹੈ, ਘਰ 'ਚ ਬਾਪੂ ਹੈ, ਉਹ ਤਾਂ ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਕਿੰਨਿਆਂ ਬਜ਼ੁਰਗਾਂ ਨੂੰ ਸਾਂਭੀ ਬੈਠਾ ਉੱਥੇ। ਜਿੱਦਣ ਸਾਨੂੰ ਰਿਸਪੈਕਟ ਆਪਣੇ ਘਰਾਂ ਵਿੱਚ ਵੱਡਿਆਂ ਨੂੰ ਦੇਣੀ ਆ ਗਈ, ਇੱਜ਼ਤ ਸਤਿਕਾਰ ਨਾਲ ਸਾਨੂੰ ਇੱਕ ਦਿਨ ਬੋਲਣਾ ਆ ਗਿਆ, ਸਾਡੇ ਘਰੇ ਹੀ ਬੈਕੁੰਠ ਆ, ਸਾਡੇ ਘਰੇ ਹੀ ਸਵਰਗ ਆ, ਘਰੇ ਹੀ। ਇਹ ਤਾਂ ਹੋਏਗਾ ਜੇ ਸਾਡੇ ਕੋਲ ਗੁਣਾਂ ਦਾ ਖਜ਼ਾਨਾ ਹੋਏਗਾ, ਗੁਣਾਂ ਦੀ ਦੌਲਤ ਹੋਏਗੀ ਸਾਡੇ ਕੋਲ। ਤੁਮ ਚੰਦਨ ਹਮ ਅਰਿੰਡ ਬਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭਏ ਹੈ। ਅਸੀਂ ਨੀਵੇਂ ਰੁੱਖ ਤੋਂ ਉੱਚੇ ਹੋ ਗਏ ਹਾਂ। ਹੁਣ ਹਰਿੰਡ ਨਹੀਂ ਰਹਿ ਗਏ ਅਸੀਂ, ਹੁਣ ਅਸੀਂ ਵੀ ਬਾਪੂ ਤੇਰੇ ਕੋਲ ਬਹਿ ਕੇ ਚੰਦਨ ਬਣ ਗਏ ਹਾਂ। ਨੀਚ ਰੂਖ ਤੇ ਉੱਚ ਪਏ ਹੈ, ਗੰਧ ਸੁਗੰਧ ਨਿਵਾਸਾ, ਮਾਧੋ ਸਤ ਸੰਗਤ ਸ਼ਰਨ ਹਮ ਅਵਗਣ। ਸਤਿਕਾਰਯੋਗ ਭਾਈ ਗੁਰਦਾਸ ਜੀ ਨੇ ਜਦੋਂ ਉਹਨਾਂ ਦੇ ਕਵਿਤ ਪੜ੍ਹੀ ਦੇ ਆ ਨਾ, ਉਹਨਾਂ ਕਵਿਤਾਂ ਵਿੱਚ ਬਹੁਤ ਪਿਆਰਾ ਕਵਿਤ ਹੈ, ਅੱਜ ਦੇ ਵਿਸ਼ੇ ਨਾਲ ਸੰਬੰਧਿਤ ਹੈ। ਭਾਈ ਸਾਹਿਬ ਕਹਿੰਦੇ ਨੇ, ਜਿਹੜਾ ਹੰਸ ਵਾ ਨਾ ਉਹ ਮਾਨ ਸਰੋਵਰ 'ਤੇ ਜਾਂਦਾ, ਜਿਹੜਾ ਸਿੱਖ ਵਾ ਉਹ ਸਤ ਸੰਗਤ ਵਿੱਚ ਆਉਂਦਾ। ਪਰ ਭਾਈ ਗੁਰਦਾਸ ਜੀ ਨੇ ਮਾਨ ਸਰੋਵਰ 'ਤੇ ਜਾਣ ਵਾਲੇ ਨੂੰ ਹੰਸ ਆਖਿਆ ਤੇ ਸੰਗਤ ਵਿੱਚ ਆਉਣ ਵਾਲੇ ਨੂੰ ਪਰਮਹੰਸ ਆਖਿਆ। ਤੇ ਸਰੋਤੇ ਨੇ ਭਾਈ ਗੁਰਦਾਸ ਨੂੰ ਪੁੱਛ ਲਿਆ ਵੀ ਮਾਨ ਸਰੋਵਰ 'ਤੇ ਜਾਣ ਵਾਲਾ ਹੰਸ ਤੇ ਸੰਗਤ ਵਿੱਚ ਆਉਣ ਵਾਲਾ ਪਰਮਹੰਸ ਕਿੱਦਾਂ ਹੋਇਆ, ਮੈਨੂੰ ਸਮਝਾਓ। ਤੇ ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਕਵਿਤ ਹੈ ਕਿ ਜਦੋਂ ਮਾਨਸਰ ਹੰਸ ਸਾਧ ਸੰਗਤ ਪਰਮਹੰਸ, ਧਰਮ ਤੁਜਾ, ਤੁਜਾ ਕਹਿੰਦੇ ਨੇ ਨਿਸ਼ਾਨ ਨੂੰ, ਧਰਮ ਤੁਜਾ ਧਰਮਸ਼ਾਲਾ ਚੱਲ ਆਵਈ। ਹੰਸ ਮਾਨ ਸਰੋਵਰ 'ਤੇ ਜਾਂਦਾ, ਉਹ ਹੰਸ ਵਾ, ਉਹ ਮਾਨ ਸਰੋਵਰ ਵਾ। ਤੇ ਸੰਗਤ ਵਿੱਚ ਆਉਣ ਵਾਲਾ ਸਿੱਖ ਜਿਹੜਾ, ਉਹਨੂੰ ਪਰਮਹੰਸ ਆਖਿਆ। ਕਿਉਂ? ਕਹਿੰਦੇ ਉਤ ਮੁਕਤਾਹਲ ਆਹਰ ਦੁਤੀਆ ਨਾਸਤ। ਜਿਹੜਾ ਹੰਸ ਵਾ ਉਹ ਮਾਨ ਸਰੋਵਰ 'ਤੇ ਜਾ ਕੇ ਮੋਤੀਆਂ ਦੀ ਖੁਰਾਕ ਖਾਂਦਾ, ਦੁਤੀਆ ਨਾਸਤ ਯਾਨੀ ਕਿ ਦੂਜੀ ਖੁਰਾਕ ਵੱਲ ਵਹਿੰਦਾ ਵੀ ਨਹੀਂ। ਉਤ ਮੁਕਤਾਹਲ ਆਹਰ, ਉਤ ਮੁਕਤਾਹਲ ਆਹਰ, ਉੱਥੇ ਮੋਤੀਆਂ ਦਾ ਆਹਰ ਕਰਦਾ, ਦੁਤੀਆ ਨਾਸਤ ਦੂਜੀ ਨੂੰ ਉਹ ਵਹਿੰਦਾ ਵੀ ਨਹੀਂ। ਸੰਗਤ ਵਿੱਚ ਆਉਣ ਵਾਲਾ ਇਤ ਗੁਰ ਸ਼ਬਦ ਸੁਰਤ ਲਿਵ ਲਾਵਈ, ਸੰਗਤ ਵਿੱਚ ਆਉਣ ਵਾਲਾ ਸ਼ਬਦ ਨਾਲ ਆਪਣੀ ਸੁਰਤ ਜੋੜਦਾ। ਤੇ ਸਰੋਤੇ ਨੇ ਸਵਾਲ ਕੀਤਾ, ਭਾਈ ਸਾਹਿਬ ਫਰਕ ਤੇ ਕੋਈ ਵੀ ਨਾ ਹੋਇਆ, ਉਹ ਮੋਤੀਆਂ ਦੀ ਖੁਰਾਕ ਖਾਂਦਾ, ਇਹ ਸ਼ਬਦ ਵਿੱਚ ਸੁਰਤ ਜੋੜਦਾ, ਤੇ ਫਿਰ ਉਹਨੂੰ ਪਰਮਹੰਸ ਕਿਉਂ ਕਹਿਤਾ ਸਿੱਖ ਨੂੰ ਤੁਸੀਂ? ਕਹਿੰਦੇ ਅਗਲੀ ਤੋਕ ਪੜ੍ਹ ਲਾ, ਤੈਨੂੰ ਜਵਾਬ ਮਿਲ ਜੂ। ਅਗਲੀ ਤੁਕ ਵਿੱਚ ਕਹਿਤਾ, ਉਤ ਖੀਰ ਨੀਰ ਨਿਬਾਰੋ ਕੇ ਬਖਾਨੀਅਤ। ਮਾਨ ਸਰੋਵਰ 'ਤੇ ਜਾਣ ਵਾਲਾ ਹੰਸ ਦੁੱਧ ਵਿੱਚ ਪਾਣੀ ਵੱਖਰਾ ਵੱਖਰਾ ਕਰ ਦਿੰਦਾ, ਦੁੱਧ ਵੱਖਰਾ ਤੇ ਪਾਣੀ ਵੱਖਰਾ। ਇਤ ਗੁਰਮਤ ਦੁਰਮਤ ਸਮਝਾਵੀ। ਇੱਧਰ ਸੰਗਤ ਵਿੱਚ ਆਉਣ ਵਾਲੇ ਨੂੰ ਇਹ ਪਤਾ ਆਹ ਗੁਰਮਤ ਹੈ ਤੇ ਆਹ ਮਨਮਤ ਹੈ। ਕਹਿੰਦਾ ਫਰਕ ਤਾਂ ਫੇਰ ਕੁਝ ਨਾ ਪਿਆ ਭਾਈ ਸਾਹਿਬ। ਕਹਿੰਦੇ ਅਗਲੀ ਤੁਕ ਪੜ੍ਹ ਲਾ। ਅਖੀਰ ਤੇ ਨਿਚੋੜ ਕੱਢ ਕਹਿੰਦੇ, ਉਤ ਬੱਗ ਹੰਸ ਬੰਸ ਦੁਬਦਾ ਨਾ ਮੇਟ ਸਕੈ। ਜੇ ਕਿਤੇ ਹੰਸਾਂ ਦੇ ਨਾਲ ਰਲ ਕੇ ਕਾਂ ਕਵੇ, ਬਗਲਾ ਕਵੇ ਵੀ ਮੈਨੂੰ ਵੀ ਲੈ ਜਾਓ ਮਾਨ ਸਰੋਵਰ 'ਤੇ, ਤੇ ਹੰਸ ਕਵੇ ਵੀ ਚਲੋ ਆ ਜਾ ਤੁਹਾਨੂੰ ਵੀ ਮਾਨ ਸਰੋਵਰ 'ਤੇ ਲੈ ਚੱਲਦਾ, ਬਗਲਿਆਂ ਨੂੰ ਵੀ, ਕੀ ਬਗਲਿਆਂ ਨੂੰ ਨਾਲ ਖੜ ਕੇ ਉੱਥੇ ਬਗਲਿਆਂ ਦੀ ਖੁਰਾਕ ਬਦਲ ਸਕਦਾ ਹੰਸ ਭਲਾ? ਉਹਨੂੰ ਕਹਿ ਸਕਦਾ ਵੀ ਜਿਹੜੀ ਮੈਂ ਖੁਰਾਕ ਖਾਧੀ ਤੁਸੀਂ ਵੀ ਖਾ ਲਓ? ਕਹਿੰਦੇ ਜੀ ਨਹੀਂ। ਕਹਿੰਦੇ ਇੱਥੇ ਫਰਕ ਹੈਗਾ। ਉਤ ਬੱਗ ਹੰਸ ਬੰਸ ਦੁਬਦਾ ਨਾ ਮੇਟ ਸਕੇ, ਇਤ ਕਾਗ ਪਾਕ ਸਮ ਰੂਪ ਕੈ ਮਿਲਾਵਈ। ਇੱਥੇ ਕੋਈ ਕਾਂ ਬਿਰਤੀ ਵਾਲਾ ਵੀ ਆ ਗਿਆ ਨਾ, ਬਗਲਾ ਬਿਰਤੀ ਵਾਲਾ ਵੀ ਆ ਗਿਆ ਨਾ, ਇੱਥੇ ਗੁਰੂ ਦੀ ਸੰਗਤ ਵਿੱਚ ਬਹਿ ਕੇ ਉਹਨੂੰ ਵੀ ਪਰਮਹੰਸ ਬਣਾ ਦੇਣਾ, ਉਹਨੇ ਉਹ ਰਹਿਣਾ ਹੀ ਨਹੀਂ। ਆਹ ਫਰਕ ਹੈ ਮਾਨ ਸਰੋਵਰ ਤੇ ਗੁਰੂ ਦੀ ਸੰਗਤ ਵਿੱਚ। ਹੋ ਸਕਦਾ ਘਰੋਂ ਬਿਰਤੀ ਲੈ ਕੇ ਆਇਆ ਹੋਵੇ ਕਿ ਮੈਂ ਚੋਰੀ ਕਰਨੀ ਆ, ਤੇ ਇੱਥੇ ਆਣ ਕੇ ਚੋਰੀ ਦਾ ਖਿਆਲ ਆਵੇ ਹੀ ਨਾ। ਇਹਨੂੰ ਆਖਿਆ ਸੀ ਕਾਗੋਂ ਹੰਸ ਕਰੇ, ਇਹਨੂੰ ਕਿਹਾ ਸੀ ਕਾਂ ਤੋਂ ਹੰਸ ਬਣਦਾ। ਅੰਮ੍ਰਿਤਸਰ ਸਤਿਗੁਰ ਬੋਲੋ ਸਾਰੇ, ਅੰਮ੍ਰਿਤਸਰ ਸਤਿਗੁਰੂ ਅੰਮ੍ਰਿਤ ਦਾ ਸਰੋਵਰ ਵਾ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੇ ਕਊਆ ਹੰਸ ਹੋਏ।
ਜੇ ਚ ਨਹਾਉਂਦਿਆ ਤੇ ਕਾਂ ਵੀ ਹੰਸ ਬਣ ਜਾਂਦਾ। ਹੁਣ ਇਹ ਸ਼ਬਦ ਗੁਰੂ ਰਾਮਦਾਸ ਦਾ, ਤੇ ਗੁਰੂ ਰਾਮਦਾਸ ਵੇਲੇ ਅੰਮ੍ਰਿਤਸਰ ਦਾ ਸ਼ਹਿਰ ਦਾ ਨਾਂ ਅੰਮ੍ਰਿਤਸਰ ਨਹੀਂ ਪਿਆ, ਇਹ ਗੁਰੂ ਅਰਜਨ ਸਾਹਿਬ ਵੇਲੇ ਪਿਆ। ਅੰਮ੍ਰਿਤਸਰ ਸ਼ਬਦ ਤਾਂ ਗੁਰੂ ਅਮਰਦਾਸ ਦੀ ਬਾਣੀ 'ਚ ਵੀ ਹੈਗਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤਸਰ ਨਹਾਤਾ, ਇਹ ਗੁਰੂ ਅਮਰਦਾਸ ਜੀ ਦਾ ਵਾਕ ਹੈ। ਉਹਦੇ ਵਿੱਚ ਹੁਣ ਅੰਮ੍ਰਿਤਸਰ ਸ਼ਬਦ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਆਪਣੀ ਬਾਣੀ 'ਚ ਵਰਤੇ। ਸਰ ਦਾ ਅਰਥ ਸਰੋਵਰ, ਅੰਮ੍ਰਿਤ ਦਾ ਸਰੋਵਰ। ਗੁਰ ਸਤਿਗੁਰ ਕਾ ਜੋ, ਸਾਰੇ ਬੋਲੋ, ਗੁਰ ਸਤਿਗੁਰ ਕਾ ਜੋ ਸੋ ਭੜ ਕੇ ਉੱਠ, ਉਦਮ ਕਰੇ ਭੜ ਕੇ ਪ੍ਰਭਾਤੀ, ਇਸ਼ਨਾਨ ਕਰੇ। ਹੁਣ ਤੁਸੀਂ ਸੋਚੋ, ਤੁਸੀਂ ਰੋਜ਼ ਇੱਥੋਂ ਸਵੇਰੇ ਇਸ਼ਨਾਨ ਕਰਕੇ ਆਪਣੇ ਤਨ ਦਾ ਰੋਜ਼ ਅੰਮ੍ਰਿਤਸਰ ਇਸ਼ਨਾਨ ਕਰਨ ਜਾ ਸਕਦੇ ਹੋ? ਤੇ ਗੁਰੂ ਜੇ ਇਹਦੇ ਅਰਥ ਇਹੋ ਹੀ ਨੇ ਤੇ ਫਿਰ ਸਿੱਖ ਨੂੰ ਰੋਜ਼ ਜਾਣਾ ਚਾਹੀਦਾ। ਤੁਸੀਂ ਇੱਥੋਂ ਦੀ ਗੱਲ ਛੱਡੋ, ਪੰਜਾਬ 'ਚੋਂ ਵੀ ਬੰਦਾ ਰੋਜ਼ ਜਾ ਸਕਦਾ। ਤੇ ਫਿਰ ਗੁਰੂ ਸਾਹਿਬ ਨੇ ਪਤਾ, ਚਲੋ ਆਪਾਂ ਕਹਾਂਗੇ ਚਲੋ ਬੰਦਾ ਚਲੇ ਜਾਏ ਜੀ, ਤੇ ਜਿਨ੍ਹਾਂ ਨੂੰ ਇੰਡੀਆ ਗੌਰਮੈਂਟ ਵੀਜ਼ਾ ਨਹੀਂ ਦੇ ਰਹੀ, ਫਿਰ ਦਾ ਮਤਲਬ ਉਹ ਸਰੋਵਰ ਤੋਂ ਵਾਂਝੇ ਰਹਿ ਗਏ। ਗੁਰੂ ਸਾਹਿਬ, ਮਾਫ ਕਰਨਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਜਿਹੜੇ ਗੁਰੂ ਸਾਹਿਬ ਨੇ ਸੱਚ ਦੇ ਸਰੋਵਰ ਨਾਲ ਜੋੜਿਆ, ਦੁਨੀਆ ਦੀ ਕੋਈ ਸਰਕਾਰ ਉਹ ਸਰੋਵਰ ਤੱਕ ਪਹੁੰਚਣ ਲਈ ਤੁਹਾਨੂੰ ਰੋਕ ਸਕਦੀ ਨਹੀਂ, ਕਿਉਂਕਿ ਉਹ ਸਰੋਵਰ ਤੁਹਾਡੇ ਅੰਦਰ ਵਾ। ਗੁਰ ਸਮਾਨ ਤੀਰਥ ਨਹੀਂ ਕੋਏ, ਸਰ ਸੰਤੋਖ ਤਾਸ਼ ਗੁਰ ਹੋਏ। ਤੁਸੀਂ 2 ਸਾਲਾਂ ਬਾਅਦ ਦਰਬਾਰ ਸਾਹਿਬ ਜਾਓ, 5 ਸਾਲਾਂ ਬਾਅਦ ਜਾਓ, ਬਹੁਤ ਵਧੀਆ ਗੱਲ ਹੈ, ਜਾਓ, ਸਿਰ ਝੁਕਾਓ, ਨਮਸਕਾਰ ਕਰੋ, ਸੇਵਾ ਕਰੋ, ਕੋਈ ਮਨਾ ਨਹੀਂ। ਪਰ ਜਿਹੜੇ ਅੰਮ੍ਰਿਤਸਰ ਦੇ ਸਰੋਵਰ 'ਚ ਮੈਂ ਰੋਜ਼ ਇਸ਼ਨਾਨ ਕਰਨਾ, ਉਹ ਮੇਰੇ ਘਰ ਵੀ ਹੈਗਾ। ਉਹ ਕਿਹੜਾ? ਮੇਰਾ ਗੁਰੂ। ਜੇਲ੍ਹਾਂ 'ਚ ਬੈਠੇ ਨੌਜਵਾਨ ਵੀ ਸਾਡੇ ਉੱਥੇ ਪਾਠ ਕਰ ਰਹੇ ਆ, ਗੁਰਬਾਣੀ ਪੜ੍ਹਦੇ ਆ, ਕਿਉਂਕਿ ਉਹਨਾਂ ਦੇ ਕੋਲ ਗੁਰਬਾਣੀ ਰੂਪੀ ਸਰੋਵਰ ਉੱਥੇ ਵੀ ਹੈਗਾ। ਅੰਮ੍ਰਿਤਸਰ ਸਤਿਗੁਰ, ਮੇਰਾ ਅੰਮ੍ਰਿਤ ਦਾ ਸਰੋਵਰ ਕੌਣ ਹੈ? ਸਤਿਗੁਰੂ। ਅੰਮ੍ਰਿਤਸਰ ਸਤਿਗੁਰ, ਸਤਵਾਦੀ ਜਿਤ ਨਹਾਤੈ, ਸਾਰੇ ਬੋਲੋ, ਜਿਤ ਨਹਾਤੈ। ਅੱਛਾ, ਨਹਾਉਣ ਗਿਆ ਸੀ ਕਾਂ ਤੇ ਚੁੱਭੀ ਮਾਰੀ ਤੇ ਹੰਸ ਬਣ ਗਿਆ। ਇਹਦਾ ਮਤਲਬ ਕੀ ਸੀ? ਕਾਂ ਗੰਦਗੀ ਖਾਂਦਾ ਤੇ ਹੰਸ ਮੋਤੀ ਚੁਗਦਾ। ਯਾਨੀ ਕਿ ਆਇਆ ਸੀ ਚੋਰੀ ਦੀ ਬਿਰਤੀ ਨਾਲ, ਆਇਆ ਸੀ ਵਕਾਰ ਭੋਗਣ, ਇੱਥੇ ਆਣ ਕੇ ਉਹ ਬਿਰਤੀ ਰਹੀ ਨਹੀਂ ਉਹਦੀ। ਆਹ ਫਰਕ ਹੈ ਸਤ ਸੰਗਤ ਦੇ ਸਰੋਵਰ ਦੇ ਵਿੱਚ। ਇਸ ਕਰਕੇ ਮਾਨਸਰ ਹੰਸ, ਸਾਧ ਸੰਗਤ ਪਰਮਹੰਸ। ਇਸ ਕਰਕੇ ਸੰਗਤ ਵਿੱਚ ਆਉਣ ਵਾਲੇ ਨੂੰ ਪਰਮਹੰਸ ਆਖਿਆ ਕਿ ਇੱਥੇ ਕੀ ਹੈ? ਸੋਚ ਬਦਲ ਜਾਂਦੀ ਹੈ। ਸਤ ਸੰਗਤ ਸ਼ਰਨ ਤੁਮਾਰੀ ਮਾਧੋ, ਸਤ ਸੰਗਤ ਸ਼ਰਨ ਤੁਮਾਰੀ, ਹਮ ਅਵਗੁਣ ਤੁਮ ਉਪਕਾਰੀ। ਤੁਮ ਮਖਤੂਲ, ਮਖਤੂਲ ਕਹਿੰਦੇ ਨੇ ਰੇਸ਼ਮ ਨੂੰ। ਮਖਤੂਲ ਕਿਹਨੂੰ ਕਹਿੰਦੇ ਜੀ? ਰੇਸ਼ਮ ਨੂੰ। ਤੁਮ ਮਖਤੂਲ, ਪਹਿਲਾਂ ਕੀ ਆਖਿਆ? ਚੰਦਨ। ਹੁਣ ਕੀ ਕਿਹਾ? ਤੁਸੀਂ ਰੇਸ਼ਮ ਹੋ। ਰੇਸ਼ਮ ਵੀ ਮਹਿੰਗਾ ਵਾ ਤੇ ਚੰਦਨ ਵੀ ਮਹਿੰਗਾ ਵਾ। ਤੁਮ ਮਖਤੂਲ ਸਫੇਦ, ਸਪੀਅਲ, ਸਪੀਅਲ ਕਹਿੰਦੇ ਪੀਲਾ, ਸਫੇਦ ਕਹਿੰਦੇ ਚਿੱਟਾ। ਤੁਸੀਂ ਚਿੱਟੇ ਪੀਲੇ ਰੇਸ਼ਮ ਹੋ ਸਾਡੇ ਲਈ। ਤੇ ਅਸੀਂ ਕੌਣ ਆ? ਹਮ ਵਪਰੇ ਜਸ ਕੀੜਾ। ਤੇ ਰੇਸ਼ਮ ਵਿੱਚ ਕੀੜਾ ਹੁੰਦਾ ਨਾ, ਤੇ ਜੇ ਉਹ ਰੇਸ਼ਮ ਨੂੰ ਕੀੜਾ ਛੱਡ ਦੇਵੇ ਨਾ, ਤੇ ਕੀੜੇ ਦੀ ਮੌਤ ਹੋ ਜਾਂਦੀ ਆ। ਤੇ ਇੱਥੇ ਫਿਰ ਕੀੜਾ ਕੌਣ ਆ? ਮੈਂ। ਤੇ ਰੇਸ਼ਮ ਕੌਣ ਆ? ਅਕਾਲ ਪੁਰਖ ਸੱਚ ਰੱਬੀ ਗੁਣ। ਜੇ ਉਹ 'ਚੋਂ ਮੈਂ ਨਿਕਲੂੰਗਾ ਕੀ ਹੋਊਗਾ ਭਲਾ? ਬੋਲੋ ਜੀ। ਤੇ ਗੱਲ ਸਮਝ ਆ ਗਈ ਨਾ? ਫਿਰ ਭਾਵੇਂ ਮੇਰੇ ਕੋਲ ਜੋ ਮਰਜ਼ੀ ਹੋਵੇ, ਬਸ ਫਰਕ ਇਹ ਆ ਕਿ ਮੈਂ ਲਾਸ਼ ਤੁਰੀ ਫਿਰਦੀ ਹਾਂ। ਕਿਉਂਕਿ ਜੇ ਮੇਰੇ ਕੋਲ ਤਾਂ ਆਖਿਆ ਸੀ ਆਖਾਂ ਜੀਵਾਂ, ਜੇ ਮੈਂ ਆਖਦਾ ਤੇ ਜਿਉਂਦਾ ਵਾਂ, ਜੇ ਵਿਸਰ ਗਿਆ ਤੇ ਮੈਂ ਮਰ ਜਾਂਦਾ ਹਾਂ। ਕਿਉਂ? ਕਿਉਂਕਿ ਰੇਸ਼ਮ ਦੇ ਵਿੱਚ ਕੀੜਾ ਰੇਸ਼ਮ ਨਾਲ ਸੰਬੰਧ ਜੋੜੇਗਾ, ਉਹਦੇ ਵਿੱਚ ਰਹੇਗਾ ਤੇ ਜਿਉਂਦਾ ਰਹੇਗਾ। ਜੇ ਉਹਦੇ ਨਾਲ ਲਿੰਕ ਟੁੱਟ ਗਿਆ, ਉਹਨੂੰ ਕੋਈ ਦੁਨੀਆ ਦੀ ਤਾਕਤ ਜਿਉਂਦਾ ਰੱਖ ਨਹੀਂ ਸਕਦੀ। ਤੁਮ ਮਖਤੂਲ ਸਫੇਦ ਸਪੀਅਲ, ਹਮ ਬਪਰੇ, ਅਸੀਂ ਵਿਚਾਰੇ ਜਸ, ਹਮ ਬਪਰੇ ਜਸ ਕੀਰਾ। ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੁਪ ਮਖੀਰਾ। ਸਤ ਦੀ ਸੰਗਤ ਨਾਲ ਇੱਦਾਂ ਮਿਲ ਕੇ ਰਹੀਏ ਜਿਵੇਂ ਮਧੂ ਮੱਖੀ ਸ਼ਹਿਦ ਵਿੱਚ ਇੱਕਮਿਕ ਹੋ ਕੇ ਰਹਿੰਦੀ ਆ, ਸ਼ਹਿਦ ਦੇ ਵਿੱਚ ਨਾਲ ਲਿਪਕੀ ਰਹਿੰਦੀ ਆ। ਇੱਦਾਂ ਹੀ ਮੈਂ ਸਤ ਦੀ ਸੰਗਤ ਨਾਲ ਜੁੜਿਆ ਰਹਾਂ, ਤਾਂ ਕਿ ਮੇਰੇ ਜੀਵਨ ਦੇ ਵਿੱਚ ਗੁਣ ਆ ਸਕਣ ਤੇ ਔਗੁਣਾਂ ਨੂੰ ਪੁੱਟ ਕੇ ਮੈਂ ਬਾਹਰ ਸੁੱਟੀ ਜਾਵਾਂ। ਤੇ ਚੇਤਾ ਰੱਖਿਓ, ਕਾਮ ਕ੍ਰੋਧ ਦੋਏ ਕਰੋ ਬਸੋਲੇ। ਕਾਮ ਤੇ ਕ੍ਰੋਧ ਨੂੰ ਮੈਂ ਰੰਬਾ ਲੈ ਕੇ ਪੁੱਟ ਕੇ ਬਾਹਰ ਸੁੱਟਦੇ ਹਾਂ। ਗੋਡੋ ਧਰਤੀ ਭਾਈ, ਇੱਦਾਂ ਮੈਂ ਰੋਜ਼ ਆਪਣੀ ਹਿਰਦੇ ਦੀ ਧਰਤੀ ਨੂੰ ਗੋਡੀ ਕਰਾਂ, ਰੋਜ਼ ਹੀ ਗੋਡੀ ਕਰਾਂ। ਤੇ ਜਿਹੜੇ ਰੋਜ਼ ਗੋਡੀ ਕਰਦੇ ਆ ਨਾ, ਰੋਜ਼ ਹੀ ਫੁੱਲਾਂ ਦੀ ਦੇਖਭਾਲ ਕਰਦੇ ਆ, ਫਸਲ ਵਿੱਚ ਧਿਆਨ ਮਾਰਦੇ ਆ,
ਤੇ ਫਸਲ ਦੇ ਵਿੱਚ ਵੀ ਫਿਰ 4 ਗੁਣਾ ਰੂਪ ਚੜ੍ਹ ਜਾਂਦਾ। ਬਜ਼ੁਰਗਾਂ ਦੇ ਹੁੰਦੇ ਸੀ ਨਾ, ਕਿਸਾਨ ਇੱਕ ਵਾਰੀ ਫਸਲ ਦੇ ਵਿੱਚੋਂ ਦੀ ਹੋ ਹੀ ਆਵੇ ਨਾ ਤੇ ਫਸਲ ਨੂੰ ਚਾਅ ਚੜ੍ਹਦਾ ਕਿ ਮੇਰਾ ਮਾਲਕ ਮੇਰੇ ਵਿੱਚ ਤੁਰਿਆ ਫਿਰਦਾ। ਆ ਮੱਝਾਂ ਗਾਵਾਂ ਜਿਹਨਾਂ ਰੱਖੀਆਂ ਨੇ ਨਾ, ਕਿਸਾਨ ਜਾ ਕੇ ਮੱਝਾਂ ਗਾਵਾਂ ਵਿੱਚ ਜਾਂ ਹੱਥ ਹੀ ਫੇਰ ਆਵੇ ਨਾ, ਮੱਝ ਗਾਂ ਨੂੰ ਚਾਅ ਚੜ੍ਹਦਾ ਕਿ ਮੇਰਾ ਮਾਲਕ ਮੇਰੇ ਨਾਲ ਆ। ਉਹ ਪਿਆਰ ਦੀ ਵੀ ਭੁੱਖੀ ਆ, ਖੁਰਾਕ ਦੀ ਵੀ ਭੁੱਖੀ ਆ ਤੇ ਪਿਆਰ ਦੀ ਵੀ ਭੁੱਖੀ ਆ। ਇੱਦਾਂ ਹੀ ਬੱਚਾ ਪੜ੍ਹਦਾ ਹੋਵੇ ਨਾ, ਧੀ ਪੜ੍ਹਦੀ ਹੋਵੇ, ਉਹਨੂੰ ਖੁਰਾਕ ਆਪਣੀ ਜਗ੍ਹਾ ਕੰਮ ਕਰਦੀ ਆ। ਕਦੀ ਤੁਰਿਆ ਜਾਂਦਾ ਉਹਦੇ ਸਿਰ ਤੇ ਹੱਥ ਵੀ ਰੱਖ ਕੇ ਵੇਖੀ, ਪਿਆਰ ਵੀ ਕਰਕੇ ਵੇਖੀ, 4 ਗੁਣਾ ਰੂਪ ਹੋਰ ਚੜ੍ਹਦਾ ਵਾ। ਖੁਰਾਕ ਆਪਣੀ ਜਗ੍ਹਾ ਕੰਮ ਕਰਨੀ ਆ, ਪਿਆਰ ਆਪਣੀ ਜਗ੍ਹਾ ਕੰਮ ਕਰਨਾ। ਫਸਲ ਹੈ, ਜੋ ਵੀ ਚੀਜ਼ ਹੈ। ਤੇ ਪਾਤਸ਼ਾਹ ਕਹਿੰਦੇ ਇੱਦਾਂ ਜਦੋਂ ਜ਼ਿੰਦਗੀ ਨੂੰ ਜੂਏਗਾ ਤੇਰੀ ਜ਼ਿੰਦਗੀ ਦੇ ਵਿੱਚ 4 ਗੁਣਾ ਰੂਪ ਹੋਰ ਚੜ੍ਹੇਗਾ। ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਪਾਈ, ਜਿਉਂ ਗੋਡੋ ਤਿਉਂ ਤੁਮ ਸੁਖ ਪਾਵੋ, ਕਿਰਤ ਨਾ ਮਿਟਿਆ ਜਾਈ। ਕਿਰਤ ਦਾ ਅਰਥ ਕੀ ਆ? ਤੇਰੀ ਮਿਹਨਤ ਕਦੀ ਮਿਟੇਗੀ। ਹੁਣ ਜਿਹੜੇ ਬੱਚੇ ਨੇ ਮਿਹਨਤ ਕੀਤੀ ਆ ਉਹਦੀ ਮਿਹਨਤ ਅਜਾਈ ਜਾਊ ਕਿਉਂ ਜੀ? ਜਿਹੜੇ ਕਿਸਾਨ ਨੇ ਮਿਹਨਤ ਕੀਤੀ ਆ, ਜਿਹੜਾ ਤੁਸੀਂ ਇੱਥੇ ਕੰਮ ਕਰਦੇ ਹੋ 24 ਘੰਟੇ ਮਿਹਨਤ ਕਰਦੇ ਹੋ, ਜਿਹੜਾ ਵੀ ਬੰਦਾ ਮਿਹਨਤ ਕਰਦਾ, ਮਾਫ਼ ਕਰਨਾ, ਉਹ ਪੁਰਾਣੇ ਬਜ਼ੁਰਗ ਨਹੀਂ ਆਉਂਦੇ ਹੁੰਦੇ ਸੀ, ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪੌਣ। ਹਵਾ ਵਗਦਾ ਹੋਵੇ ਤੇ ਪੱਖਾ ਚੱਲਦਾ ਹੋਵੇ ਤੇ ਹਵਾ ਨੂੰ ਆਵਾਜ਼ ਮਾਰਨ ਦੀ ਲੋੜ ਪੈਂਦੀ ਆ। ਤੇ ਮਿਹਨਤਕਸ਼ ਬੰਦੇ ਦੇ ਕੋਲ ਚੀਜ਼ਾਂ ਮਗਰ ਤੁਰੀਆਂ ਫਿਰਦੀਆਂ। ਪਰ ਇੱਥੇ ਇੱਕ ਚੀਜ਼ ਹੋਰ ਨੋਟ ਕਰਿਓ, ਉਦੋਂ ਸਾਹੇ ਕਿਆ ਨਿਸ਼ਾਨੀ? ਦੁਨਿਆਵੀ ਉਦਮ ਦੀ ਕੀ ਨਿਸ਼ਾਨੀ ਆ? ਤੋਟ ਨਾ ਆਵੇ ਇੰਨੀ, ਤੇਰੇ ਘਰ 'ਚੋਂ ਅੰਨ ਧਨ ਦੀ ਤੋਟ ਨਹੀਂ ਆਉਣੀ। ਪਰ ਇਹ ਜ਼ਰੂਰੀ ਥੋੜ੍ਹਾ ਕਿ ਦੁਨਿਆਵੀ ਉਦਮ ਨਾਲ ਅੰਨ ਧਨ ਆ ਗਿਆ, ਉਦੋਸੀ ਘਰੇ ਹੀ ਉੱਠੀ, ਉਦਾਸੀ ਅਜੇ ਵੀ ਘਰੇ ਬੈਠੀ ਆ। ਕਿਉਂਕਿ ਕੂੜੀ ਰੰਨੀ ਧੰਮੀ, ਕਿਉਂਕਿ ਸੁੱਤੀ ਰੰਨੀ ਘਰੇ ਸਿਆਪਾ। ਆਹ 7 ਰੰਨਾਂ ਨੇ ਇਹਨਾਂ ਨੇ ਅੰਦਰ ਸਿਆਪਾ ਪਾਇਆ ਹੋਇਆ ਵਾ। ਚੰਗੇ ਘਰ ਦੇ ਵਿੱਚ ਆ ਜਿਹੜੀਆਂ ਅੱਖਾਂ ਵਾਂ, ਕੰਨ ਵਾਂ, ਨਾਸਾਂ ਵਾਂ, ਆਹ ਗਰਦਨ ਤੋਂ ਉੱਪਰਲਾ ਹਿੱਸਾ ਜਿਹੜਾ ਨਾ, ਸਾਰਾ ਉਪਦੇਸ਼ ਹੀ ਗੁਰੂ ਗ੍ਰੰਥ ਸਾਹਿਬ ਦਾ ਇਹਨੂੰ ਆ। ਸੱਤੀ ਰੰਨੀ ਘਰੇ ਸਿਆਪਾ। ਘਰ ਕਿਹੜਾ ਵਾ? ਆ ਹੁਣ ਜਿਹਦੇ ਇਹਦੇ ਘਰ 'ਚ ਸਿਆਪਾ ਪਿਆ ਨਾ, ਇੱਟਾਂ ਵਾਲੇ ਘਰ 'ਚ ਸਿਆਪਾ ਪੈਣੋਂ ਦੁਨੀਆ ਦੀ ਕੋਈ ਤਾਕਤ ਨਹੀਂ ਜੇ ਰੋਕ ਸਕਦੀ। ਜਿਹਦੇ ਇਸ ਘਰ 'ਚ ਸਿਆਪਾ ਹੈ ਨਹੀਂ, ਬੋਲੋ ਸਾਰੇ। ਸਵੇਰੇ ਉੱਠੀਏ ਨਾ, ਬੰਦਾ ਖੁਸ਼ ਉੱਠੇ ਨਾ, ਉਹਨੂੰ ਸਾਰੇ ਘਰ ਦੀਆਂ ਚੀਜ਼ਾਂ ਵੀ ਖੁਸ਼ ਹੀ ਦੇਖਦੀਆਂ। ਅਤੇ ਜੇ ਕਦੇ ਬੰਦਾ ਸਵੇਰੇ ਉਦਾਸ ਜਿਹਾ ਉੱਠੇ ਨਾ, ਉਹਨੂੰ ਲੱਗਦਾ ਅੱਜ ਸਾਡੀ ਬੈੱਡ ਦੀ ਚਾਦਰ ਵੀ ਲੜੀ ਜਾਂਦੀ ਆ, ਬੈੱਡ ਵੀ ਲੜੀ ਜਾਂਦਾ, ਦਰਵਾਜ਼ਾ ਵੀ ਲੜੀ ਜਾਂਦਾ, ਖਿੜਕੀ ਵੀ ਲੜੀ ਜਾਂਦੀ ਆ, ਕੌਲੀਆਂ ਚਿਮਚੇ ਖੜਕੀ ਜਾਂਦੇ ਆ। ਤਜਰਬਾ ਕਰਕੇ ਵੇਖਿਓ, ਬੰਦਾ ਖੁਸ਼ ਹੋਵੇ ਤੇ ਰੋਂਦੇ ਨਿਆਣੇ ਨੂੰ ਹਸਾ ਦਿੰਦਾ ਵਾ, ਤੇ ਬੰਦਾ ਅਪਸੈਟ ਹੋਵੇ ਨਾ, ਨਿਆਣਾ ਆਪਣੀ ਮਸਤੀ 'ਚ ਹੱਸਦਾ ਹੋਵੇ ਨਾ, ਦਬਕਾ ਮਾਰ ਕੇ ਉਹਨੂੰ ਪਰਾਂ ਭਜਾ ਦਿੰਦਾ। ਕਿਉਂ ਭਲਾ? ਕਿਉਂਕਿ ਸੱਤੀ ਰੰਨੀ ਘਰੇ ਸਿਆਪਾ। ਆੜੀਆਂ 7 ਰੰਨਾਂ ਨੇ ਘਰੇ ਸਿਆਪਾ ਪਾਇਆ। ਹੁਣ ਕਿਹੜੀਆਂ 7 ਰੰਨਾਂ? ਆ ਅੱਖਾਂ ਵਾਂ, ਇਹ ਕੰਨ ਵਾਂ, ਇਹ ਨਾਸਾਂ ਵਾਂ, ਇਹ ਜ਼ੁਬਾਨ ਆ। ਸਿਆਪਾ ਤਾਂ ਇਹਨੇ ਪਾਇਆ ਹੋਇਆ। ਤੇ ਸਾਡੇ ਕਹਿਣਗੇ ਉਹਨਾਂ ਨੇ ਸਿਆਪਾ ਪਾਤਾ ਸਾਡੇ ਘਰ। ਕਿਸੇ ਨੇ ਕਿਸੇ ਦੇ ਘਰ ਸਿਆਪਾ ਨਹੀਂ ਪਾਇਆ, ਤੇਰੇ ਅੰਦਰ ਦੇ ਇਸ ਸਿਸਟਮ ਨੇ। ਤਾਂ ਆਖਿਆ ਸੀ ਦੁਨਿਆਵੀ ਉਦਮ ਦੇ ਨਾਲ ਅੰਨ ਧਨ ਆਜੂ, ਉਦੋਂ ਸਾਹ ਹੈ ਕਿਆ ਨਿਸ਼ਾਨੀ। ਦੁਨਿਆਵੀ ਉਦਮ ਦੀ ਕੀ ਨਿਸ਼ਾਨੀ ਹੈ? ਤੋਟ ਨਾ ਆਵੇ ਇੰਨੀ, ਤੋੜ ਨਹੀਂ ਆਉਣੀ ਅੰਨ ਦੀ। ਬੈਂਕ ਬੈਲੈਂਸ ਵਾਧੂ, ਪੈਸਾ ਵਾਧੂ, ਕੱਪੜੇ ਪਾਉਣ ਲਈ ਵਾਧੂ, ਗੱਡੀਆਂ ਮੋਟਰਾਂ ਵਾਧੂ। ਪਰ ਇਹ ਜ਼ਰੂਰੀ ਨਹੀਂ ਹੈਗਾ ਇਹ ਸਭ ਕੁਝ ਹੋਣ ਤੋਂ ਬਾਅਦ ਵੀ ਉਦਾਸੀ ਵੀ ਘਰੋਂ ਚੱਲ ਜਾਵੇ। ਕਿਉਂਕਿ ਉਦੋਸੀ ਘਰੇ ਹੀ ਉੱਠੀ, ਉਦਾਸੀ ਘਰ 'ਚ ਹੀ ਬੈਠੀ ਆ। ਕਿਉਂ ਬੈਠੀ ਆ? ਕਿਉਂਕਿ ਇਹਨਾਂ ਰੰਨਾਂ ਨੇ ਘਰ ਸਿਆਪਾ ਪਾਇਆ ਹੋਇਆ। ਆਓ ਹੂੰਜ ਕੇ ਬਾਹਰ ਕਰ ਦਈਏ। ਤੁਮ ਮਖਤੂਲ ਸਪੇਦ ਸਪੀਅਲ ਹਮ ਬਪਰੇ ਜਸ ਕੀਰਾ। ਇੱਦਾਂ ਕਹੀਏ, ਨਸ ਵੰਜੋ ਕਿਲ ਵੇਖੋ ਕਰਤਾ ਕਰ ਆਇਆ। ਲਾਗੇ ਪਲਾਟ ਵਿਹਲਾ ਪਿਆ ਹੋਵੇ ਨਾ, ਇੱਥੇ ਤਾਂ ਤੁਸੀਂ ਬੜੇ ਨਿਯਮ ਵਿੱਚ ਰਹਿੰਦੇ, ਬਹੁਤ ਸੌਖੀ ਸਮਝਣੀ ਬਾਣੀ ਇਹਨਾਂ ਦੇਸ਼ਾਂ 'ਚ। ਆਪਣੇ ਇੰਡੀਆ ਆਪਣਾ ਪਲਾਟ ਲਾ ਕੇ ਗਾਲੀ ਖਾਲੀ ਪਿਆ ਹੋਵੇ, ਕੀ ਕਰੀਦਾ ਭਲਾ? ਕੇਲੇ ਖਾ ਕੇ ਕਿਤੇ ਸੁੱਟੀ ਦੇ ਛਿਲਕਾ, ਮੂੰਗਫਲੀ ਖਾ ਕੇ ਛਿਲਕਾ ਗਵਾਂਢੀਆਂ ਵੱਲ। 10 ਮਰਲੇ ਦਾ ਪਲਾਟ ਪਿਆ, ਜਦੋਂ ਤੱਕ ਉਹਨਾਂ ਕੋਠੀ ਪਾਉਣੀ ਆ ਨਾ, 1 ਕੰਟੇਨਰ ਭਰ ਦੇਣਾ ਅਸੀਂ ਪੂਰਾ ਸਮਾਨ ਨਾਲ। ਅੱਛਾ, ਐਡੇ ਭੈੜਿਆਂ ਸੁਗੰਧੀ ਵੀ ਆਪਾਂ ਨੂੰ ਹੀ ਆਉਣੀ ਉਹਦੀ, ਉਹਦੀ ਐਂ ਸੋਹਣੀ ਸੋਹਣੀ ਸੁਗੰਧੀ ਆਉਣੀ ਨਾ ਜਿਹੜੀ ਬੈਡ, ਉਹ ਸਭ ਆਉਂਦੀ ਆਪਣੇ ਆ, ਲਾਫੇ ਵੀ ਸੁੱਟਦੇ ਆ। ਅੱਛਾ ਮੰਨ ਲਓ ਐਗਜ਼ਾਮਪਲ ਦੇਣ ਲੱਗਾ, ਸਾਲ 2-3 ਸਾਲ ਲਗਾਤਾਰ ਚੱਲਦਾ ਗਿਆ। ਜਦੋਂ ਉਹਨੇ ਬੰਦੇ ਨੇ ਲਿਆ ਕੇ ਘਰ ਪਾਉਣਾ, ਉਹਨੇ ਗੰਦਗੀ ਚੁਕਾਉਣੀ ਆ, ਅਤੇ ਘਰ ਲਿਆ ਕੇ ਪਾ ਲਿਆ ਉਹਨੇ, ਆਪਣੇ ਬੱਚਿਆਂ ਸਮੇਤ ਰਹਿਣ ਲੱਗ ਪਿਆ। ਆਪਾਂ ਪਹਿਲੇ ਭੁਲੇਖੇ ਘਰ ਦੇ ਸਫਾਈ ਕਰਕੇ ਫਿਰ ਗੰਦਗੀ ਸੁੱਟਣ ਜਾਈਏ, ਉਹ ਸੁੱਟਣ ਦੂ ਉੱਥੇ ਕੀ ਕਹੇਗਾ ਭਲਾ? ਕਿ ਭਾਈ ਪਹਿਲਾਂ ਤੁਸੀਂ ਸੁੱਟੀ ਗਏ, ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਸੀ, ਹੁਣ ਮੈਂ ਆਪਣੇ ਪਰਿਵਾਰ ਸਮੇਤ ਇਸ ਘਰ 'ਚ ਰਹਿ ਰਿਹਾ ਹਾਂ। ਇੱਦਾਂ ਹੀ ਸਾਡਾ ਹਿਰਦਾ ਖਾਲੀ ਆ, ਪਲਾਟ ਖਾਲੀ ਆ। ਜਿਹੜਾ ਆਉਂਦਾ ਇੱਧਰੋਂ 2 ਗੱਲਾਂ ਸੁਣਾ ਜਾਂਦਾ, ਜਿਹੜਾ ਆਉਂਦਾ ਇੱਧਰੋਂ ਗੰਦ ਪਾ ਜਾਂਦਾ।
ਜਦੋਂ ਇੱਥੇ ਅੰਦਰ ਆ ਗਿਆ ਕਰਤਾ ਨਸ ਵੰਝੋ ਕਿਲ ਵੇਖੋ ਕਰਤਾ। ਕਈ ਕਹਿਣਗੇ ਉਹਨੇ ਮੇਰੇ ਕੋਲ ਚੁਗਲੀ ਕੀਤੀ, ਤੂੰ ਵੀ ਤਾਂ ਕੰਨ ਲਾ ਕੇ ਸੁਣੀ ਆ ਨਾ ਅੱਧਾ ਘੰਟਾ। ਉਦੋਂ ਸਵਾਦ ਬੜਾ ਆਉਂਦਾ, ਬੰਦਾ ਛੇੜ ਪੁੱਛਦਾ ਅੱਛਾ ਫੇਰ ਕੀ ਹੋਇਆ ਉਹਦੇ ਨਾਲ। ਉਹ ਬਥੇਰਾ ਕਹਿੰਦਾ ਕਿ ਮੈਨੂੰ ਨਾ ਛੇੜ, ਪਰ ਸਵਾਦ ਲੈਂਦਾ ਉਹਦੇ ਕੋਲੋਂ ਪੂਰਾ। ਅੱਛਾ ਪੁੱਛਦਾ ਇਸ ਕਰਕੇ ਨਹੀਂ ਵੀ ਮੈਂ ਉਹਨਾਂ ਦੇ ਘਰੋਂ ਲੜਾਈ ਹਟਾਉਣੀ ਆ, ਸਵਾਦ ਲੈ ਰਿਹਾ ਉਹਦੇ ਵਿੱਚੋਂ। ਜਿਵੇਂ ਹੁਣ ਜਦੋਂ ਜ਼ਖਮ ਦੇ ਉੱਤੇ ਮੱਖੀ ਬਹਿੰਦੀ ਆ, ਉਹ ਸਵਾਦ ਲੈਂਦੀ ਵਿੱਚੋਂ, ਖੂਨ ਚੂਸਦੀ ਆ। ਇੱਦਾਂ ਇਨਸਾਨ ਦੀ ਬਿਰਤੀ ਬਣ ਗਈ ਆ। ਇੱਕ ਬੰਦਾ ਪੁੱਛ ਰਿਹਾ ਉਹਨੂੰ ਉਹਦੀ ਲੜਾਈ ਮੁਕਾਉਣ ਲਈ, ਇੱਕ ਬੰਦਾ ਪੁੱਛ ਰਿਹਾ ਉਹਦੇ ਵਿੱਚੋਂ ਸਵਾਦ ਲੈਣ ਲਈ। ਉਹ ਆਪਣਾ ਰਸ ਪੂਰਾ ਕਰਦਾ। ਤੋ ਇਸ ਕਰਕੇ ਇੱਦਾਂ ਸਮਝੋ ਸਾਨੂੰ ਕਿਸੇ ਨੇ ਦੁਖੀ ਨਹੀਂ ਕੀਤਾ। ਮੇਰੇ ਅੰਦਰ ਦੀਆਂ ਆੜੀਆਂ ਰੰਨਾਂ ਨੇ ਘਰ, ਇਹਨੂੰ ਲਿਖਿਆ ਸੱਤੀ ਰੰਨੀ ਘਰੇ ਸਿਆਪਾ, ਰੋਵਣ ਕੂੜੀ ਕੰਮੀ। ਇਹ ਕੂੜੀਆਂ ਕੰਮਾਂ 'ਚ ਹੀ ਰੋਈ ਜਾਂਦੀਆਂ, ਅੰਦਰ ਸਿਆਪਾ ਪਾਇਆ ਹੋਇਆ। ਜਦੋਂ ਮੈਂ ਇਹਨਾਂ ਦਾ ਸਿਆਪਾ ਨਿਬੇੜ ਲਿਆ ਨਾ, ਫਿਰ ਸਧਾਰਨ ਜੇ ਸਾਧਨ ਵੀ ਹੋਣਗੇ ਨਾ, ਘਰ 'ਚੋਂ ਹਾਸੇ ਦੀਆਂ ਆਵਾਜ਼ਾਂ ਆਉਣੀਆਂ। ਫਿਰ ਇਸ ਕਰਕੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ। ਅਖੀਰਲਾ ਬੰਦ ਹੈ ਕਿ ਜਾਤ ਵੀ ਮੇਰੀ ਓਛੀ ਹੈ, ਜਾਤੀ ਹੋਸ਼ਾ ਪਾਤੀ ਹੋਸ਼ਾ, ਹੋਸ਼ਾ ਜਨਮ ਹਮਾਰਾ। ਹੇ ਰੱਬ ਜੀ, ਵਾਹਿਗੁਰੂ ਜੀ, ਅਕਾਲ ਪੁਰਖ ਜੀ, ਇਹ ਲੋਕ ਆਂਦੇ ਆ ਤੇਰੀ ਜਾਤ ਵੀ ਬੜੀ ਨੀਵੀਂ ਆ, ਤੇਰੀ ਕੁੱਲ ਵੀ ਬੜੀ ਨੀਵੀਂ ਆ, ਤੇਰਾ ਨੀਵੇਂ ਘਰ ਜਨਮ ਆ, ਪਰ ਮੈਂ ਤੇਰੇ ਨਾਲ ਜੁੜ ਕੇ ਨਾ ਹੁਣ ਨੀਚ ਰੂਖ ਤੇ ਉੱਚ ਪਏ ਹੈ। ਮੈਂ ਇਹਨਾਂ ਲੋਕਾਂ ਦੀ ਹੁਣ ਪਰਵਾਹ ਨਹੀਂ ਕਰਦਾ। ਲੋਕ ਆਂਦੇ ਆ ਮੈਨੂੰ ਤੂੰ ਨੀਵੀਂ ਜਾਤਾਂ, ਜਾਤੀ ਹੋਸ਼ਾ ਪਾਤੀ ਹੋਸ਼ਾ, ਹੋਛਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵਨਾ ਕੀਨੀ। ਹਾਂ, ਜੇ ਮੈਂ ਤੇਰੇ ਨਾਲ ਨਾ ਜੁੜਿਆ ਤੇ ਫਿਰ ਇਹਨਾਂ ਦੇ ਮੁਤਾਬਕ ਮੈਂ ਨੀਵੀਂ ਜਾਤ ਦਾ ਜੰਮਿਆ, ਨੀਵੀਂ ਜਾਤ ਦਾ ਮਰ ਜਾਣਾ। ਪਰ ਜੇ ਮੈਂ ਤੇਰੇ ਨਾਲ ਸਾਂਝ ਪਾ ਲਈ, ਫਿਰ ਦੁਨੀਆ ਦੀ ਕੋਈ ਤਾਕਤ ਮੈਨੂੰ ਨੀਵੀਂ ਜਾਤ ਵਾਲਾ ਨਹੀਂ ਕਹਿ ਸਕਦੀ। ਫਿਰ ਮੈਂ ਕਹਾਂਗਾ ਆਪਣੇ ਆਪ ਨੂੰ ਕਿ ਜਦੋਂ ਮੈਂ ਜੋੜੋ ਦੇ ਨਾਲ ਗਿਆ, ਫਿਰ ਮੇਰੀ ਜਾਤ ਕਿੱਦਾਂ ਨੀਵੀਂ ਰਹਿ ਗਈ ਬਈ। ਅਤੇ ਇਸ ਕਰਕੇ ਇਹ ਜਿਹੜੀ ਜਾਤ ਪਾਤ ਆ, ਜਨਮ ਤੋਂ ਕੋਈ ਨੀਵੀਂ ਜਾਤ ਦਾ ਨਹੀਂ, ਕੋਈ ਵੱਡੀ ਜਾਤ ਦਾ ਨਹੀਂ। ਹਾਂ, ਜਾਤ ਪਾਤ ਬਣਦੀ ਬੰਦੇ ਦੇ ਕੰਮਾਂ ਨਾਲ। ਜਦੋਂ ਮੈਂ ਮਾੜੇ ਕੰਮ ਕਰਦਾ, ਜਿਹੜੇ ਮਰਜ਼ੀ ਵੱਡੇ ਘਰਾਣੇ 'ਚ ਪੈਦਾ ਹੋਵਾਂ, ਬਾਣੀਆਂ ਦੀ, ਜਦੋਂ ਤੂੰ ਸੱਚ ਤੋਂ ਟੁੱਟਦਾ ਫਿਰ ਤੇਰੀ ਜਾਤ ਨੀਵੀਂ ਹੈ। ਜਦੋਂ ਤੂੰ ਸੱਚ ਨਾਲ ਜੁੜਦਾ, ਜੇ ਸੱਚ ਦੀ ਜਾਤ ਉੱਚੀ ਹੈ ਤਾਂ ਤੇਰੀ ਜਾਤ ਵੀ ਉੱਚੀ ਹੋ ਜਾਂਦੀ। ਆਓ ਆਪਣੀ ਜਾਤ ਉੱਚੀ ਕਰੀਏ, ਆਪਣੀ ਸੋਚ ਉੱਚੀ ਕਰੀਏ, ਆਪਣੇ ਖਿਆਲ ਉੱਚੇ ਕਰੀਏ, ਅਤੇ ਆਪਣੇ ਘਰੋਂ ਐਸ ਘਰੋਂ ਜਿਹੜੀ ਉਦਾਸੀ ਆ ਨਾ, ਇਹਨੂੰ ਹੂੰਝ ਕੇ ਬਾਹਰ ਕਰ ਦਈਏ। ਸੌਖੇ ਹੋ ਜਾਵਾਂਗੇ। ਫਿਰ ਸਾਰੀਆਂ ਬਿਮਾਰੀਆਂ ਖੁਰਾਕ ਨਾਲ ਹੀ ਨਹੀਂ ਲੱਗਦੀਆਂ, ਕੁਝ ਬਿਮਾਰੀਆਂ ਸੋਚਣ ਨਾਲ ਵੀ ਲੱਗਦੀਆਂ। ਕੁਝ ਬਿਮਾਰੀਆਂ ਦਾ ਸੰਬੰਧ ਤੁਹਾਡੀ ਖੁਰਾਕ ਨਾਲ ਆ, ਅਤੇ ਕਈਆਂ ਬਿਮਾਰੀਆਂ ਦਾ ਸੰਬੰਧ ਤੁਹਾਡੀ ਸੋਚ ਨਾਲ ਆ। ਹੁਣ ਤੁਸੀਂ ਖੁਰਾਕ ਖਾ ਕੇ, ਬਹੁਤ ਵਧੀਆ ਖੁਰਾਕ ਖਾ ਕੇ ਸੋਚ ਮਾੜੀ ਰੱਖੋ, ਸਾਰੀ ਖੁਰਾਕ ਜ਼ਹਿਰ ਬਣ ਜਾਣੀ ਹੈ। ਖੁਰਾਕ ਵੀ ਖਾਓ, ਮੈਂ ਨਹੀਂ ਆਂਦਾ ਖੁਰਾਕ ਚੰਗੀ ਖਾਓ, ਵਧੀਆ ਖਾਓ, ਪਰ ਸੋਚ ਵੀ ਵਧੀਆ ਰੱਖੋ, ਖਿਆਲ ਵਧੀਆ ਰੱਖੋ। ਜਦੋਂ ਮੈਂ ਸੋਚਾਂਗਾ ਚੰਗਾ, ਵੇਖੋ ਕਿੱਦਾਂ ਬਣਦਾ। ਆੜੀ ਬੰਦੇ ਕੋਲ ਨਾ, ਅਸੀਂ ਸਾਰੇ ਆਪੋ ਆਪਣੀ ਫੈਕਟਰੀ ਦੇ ਮਾਲਕ ਹਾਂ। ਆੜਾ ਗਰਦਨ ਤੋਂ ਉੱਪਰਲਾ ਹਿੱਸਾ ਨਾ, ਇੱਥੇ ਫੈਕਟਰੀ ਹੈ, ਇੱਥੇ ਵਿਚਾਰ ਬਣਦੇ ਆ, ਅਤੇ ਹਰ ਇੱਕ ਬੰਦਾ ਆਪਣੀਆਂ ਵਿਚਾਰਾਂ ਦੀ ਫੈਕਟਰੀ ਦਾ ਮਾਲਕ ਵਾ। ਜਦੋਂ ਮੇਰੇ ਅੰਦਰ ਖਿਆਲ ਬਣਦਾ, ਕੋਈ ਵਿਚਾਰ ਆਉਂਦੇ ਆ, ਉਸ ਵਿਚਾਰ ਮੁਤਾਬਕ ਮੈਂ ਕੰਮ ਕਰਦਾ, ਤਾਂ ਉਹਨੂੰ ਮੈਂ ਕਰਮ ਕਹਿੰਦਾ ਵੀ ਕਰਮ ਮੈਂ ਕੰਮ ਕਰ ਲਿਆ। ਹੁਣ ਜਦੋਂ 2 ਵਾਰ ਕਰਾਂਗਾ, 3 ਵਾਰ ਕਰਾਂਗਾ, ਹੌਲੀ ਹੌਲੀ ਉਹ ਕਰਮ ਆਦਤ ਬਣ ਜਾਣੀ ਹੈ। ਤੁਸੀਂ ਆਦਤ ਮਾੜੀ ਬਣਾਉਣੀ ਹੈ, ਤੁਹਾਡੀ ਮਰਜ਼ੀ ਹੈ, ਆਦਤ ਚੰਗੀ ਬਣਾਉਣੀ ਹੈ, ਇਹ ਸਾਡੀ ਮਰਜ਼ੀ ਹੈ। ਫੈਕਟਰੀ ਸਾਡੇ ਸਾਰਿਆਂ ਕੋਲ ਹੈਗੀ ਆ। ਇੱਥੇ ਵਿਚਾਰ ਬਣਦੇ ਆ, ਸੰਕਲਪ ਬਣਦੇ ਆ, ਵਿਕਲਪ ਬਣਦੇ ਆ ਵਿਚਾਰਾਂ ਦਾ। ਤਾਂ ਹੀ ਆਖਿਆ ਸੀ ਭਗਤ ਰਵਿਦਾਸ ਜੀ ਨੇ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਭਾਂਤੀ, ਰਾਮ ਗੁਸਈਆ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਮੇਰੀ ਸੰਗਤ ਪੋਚ, ਕੁਝ ਨਹੀਂ ਹੋਇਆ ਬੰਦਿਆ, ਸੰਗਤ ਬਦਲਦੇ। ਅੱਜ ਜਿਨ੍ਹਾਂ ਦੇ ਬੱਚੇ ਪੰਜਾਬ ਵੀ ਵੇਖੀ ਜਾਂ ਨਸ਼ੇ ਕਰਦੇ ਆ, ਤੁਸੀਂ ਉਹਦੀ ਸੰਗਤ ਬਦਲ ਦਿਓ, 75% ਨਸ਼ਾ ਆਪਣੇ ਆਪ ਹੀ ਗਲੋਂ ਲੈ ਜਾਣਾ। ਉਹ ਕਈ ਵਾਰੀ ਕਈ ਪਤਾ ਲੈਣ ਆਉਂਦੇ ਨਾ, ਨਾਲੇ ਉਹ ਪੁੜੀ ਫੜਾ ਜਾਂਦੇ, ਆਂਦੇ ਨੂੰ ਸਵੇਰੇ ਡਿੱਗ ਪੈਂਦਾ ਸੀ, ਹੁਣ ਚੰਗਾ ਭਲਾ ਹੋ ਗਿਆ। ਇਹਨਾਂ ਨੇ ਪਤਾ ਵੀ ਉਹਦਾ ਮਿਲਣ ਗਿਆ ਸੀ ਨਾ, ਉਹ ਫਿਰ ਉਹਨੂੰ ਡੋਜ਼ ਦੇ ਆਇਆ। ਉਹਨਾਂ ਦੇ ਮਾਂ-ਬਾਪ ਵਿਚਾਰੇ ਨਸ਼ਾ ਛਡਾਊ ਕੇਂਦਰਾਂ 'ਚ ਧੱਕੇ ਖਾਂਦੇ ਫਿਰਦੇ ਆ, ਪਰ ਨਹੀਂ ਛੱਡ ਪਾਉਂਦੇ। ਕਿਉਂ? ਚੁਗਰ ਦਾ ਜਿਹੜਾ ਮਾਹੌਲ ਆ, ਉਹ ਉਹਨੂੰ ਸੁਧਰਨ ਨਹੀਂ ਦਿੰਦਾ। ਜਿਹੜਾ ਮਾਫੀਆ ਨਾ, ਉਹ ਨਹੀਂ ਚਾਹੁੰਦਾ ਕਿ ਇਹ ਛੱਡ ਜਾਣ। ਉਹਨਾਂ ਦੀਆਂ ਤੁਰਦੀਆਂ ਫਿਰਦੀਆਂ ਫੈਕਟਰੀਆਂ ਨੇ, ਉਹਨਾਂ ਦੇ ਵਾਸਤੇ ਤਾਂ ਕਮਾਊ ਪੁੱਤ ਉਹ ਆ। ਇਸ ਕਰਕੇ ਕਿਉਂ ਚਾਹੁਣਗੇ ਵੀ ਉਹ ਲੋਕ ਸੁਧਰ ਜਾਣ। ਆਓ ਆਪਣੇ ਮਨ ਨੂੰ, ਆਪਣੇ ਤਨ ਨੂੰ ਤੰਦਰੁਸਤ ਰੱਖੀਏ, ਸਿਹਤ ਵਧੀਆ ਰੱਖੀਏ, ਗੁਰੂ ਦੇ ਉਪਦੇਸ਼ ਨੂੰ ਵਿਚਾਰੀਏ, ਅਤੇ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ, ਜਿੱਥੇ ਅਸੀਂ ਖਾਲਸੇ ਦੇ ਸਾਜਨਾ ਦਿਵਸ ਨੂੰ ਮਨਾਉਣ ਨੂੰ ਇੱਥੇ ਸਮਰਪਿਤ ਹੋ ਕੇ ਬੈਠੇ ਹਾਂ, ਆਪਣੇ ਅੰਦਰ ਵਿਚਾਰ ਲੈ ਕੇ ਆਈਏ। ਜਿਹੜੀ ਨਾਨਕ ਤਨਾ ਬਸੰਤ ਹੈ, ਜਿਨ ਘਰ ਵਸਿਆ ਕੰਤ,
जिनके कंत दसापुरी से ऐन फिरें जलंत, हर का नाम ध्याए कै हो हरिया पाई। आओ हरे होइए, सच नाल जुड़ के गुरु बख्शिश करे। कल शाम का तो परसों दिन का 2 दीवान होर बाकी ने। धन्यवाद सारी संगत का, तुसीं रजेवियां भरी जिंदगी जो समा कढ़ के सतगुर की गोद विच बहुत प्यार नाल जुड़ के बैठे हो। भुल्लां मेरियां बचन गुरु दे जान के हिरदे विच वसाउण दा यतन करना। PCA संस्था के समुचे मैंबर साहिबान, गुरुद्वारा साहिब की समुची प्रबंधक कमेटी, आप जिन्हें भी माई भाई दूरां नेड़ियां तो चल के आए जो, तह दिलों धन्नवाद। अदो सत्कार नाल फतेह बुलाओ। गज के आखो जी वाहिगुरू जी का खालसा, वाहिगुरू जी की फतेह।